ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਕੀਦਾ ਸਾਹਿਬ ਵੈਲਕਮ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਕੱਚੀ ਗੜੀ ਦੀ ਜਦੋਂ ਗੱਲ ਕਰਦੇ ਆ ਤੇ ਮੁਗਲਾਂ ਨੂੰ ਬੜਾ ਹੰਕਾਰ ਸੀ ਕਿ ਅਸੀਂ ਤਾਂ ਜਾਂਦੇ ਹੀ ਢਾਹ ਲੈਣੇ ਆ। 9 ਮਹੀਨੇ ਘੇਰਾ ਪਿਆ ਰਿਹਾ ਗੁਰਦਾਸ ਨੰਗਲ ਦੀ ਗੜੀ ਨੂੰ। ਕਹਿੰਦੇ ਨੇ ਕਿ ਦਰਖਤਾਂ ਦੀਆਂ ਜੜ੍ਹਾਂ ਜਿਹੜੀਆਂ ਸਨ ਉਹਨਾਂ ਨੂੰ ਪੀਹ ਕੇ ਸਿੱਖਾਂ ਨੇ ਖਾਧਾ, ਤੇ ਇਤਿਹਾਸ ਕਹਿੰਦਾ ਕਿ ਜਿਹੜਾ ਕੁਝ ਮਿਲਿਆ ਉਹਨਾਂ ਨੇ ਖਾਧਾ, ਘੋੜੇ ਤੱਕ ਵੀ ਵੱਢ ਕੇ ਖਾਧੇ। ਮੈਂ ਨਹੀਂ ਕਹਿੰਦਾ, ਹਿਸਟਰੀ ਕਹਿੰਦੀ ਹੈ, ਮੇਰੇ ਦੁਆਲੇ ਨਾਵੇਂ ਹੋ ਜਾਓ। 9 ਮਹੀਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਰਿਹਾ ਤੇ ਮੁਗਲ ਕਹਿੰਦਾ ਅਸੀਂ ਜਾਂਦੇ ਹੀ ਫੜ ਲੈਣਾ ਕਲਗੀਆਂ ਵਾਲੇ ਨੂੰ। ਬਾਬਾ ਬੰਦਾ ਸਿੰਘ ਬਹਾਦਰ ਤੇ ਵੱਟ ਤੇ ਪਿਆ, ਜਾਂਦੇ ਚੱਕ ਲਿਆਉਣਾ। ਜਨਰਲ ਸੁੰਦਰ ਜੀ ਵੀ ਆਪਣਾ ਮਨ ਦੇ ਵਿੱਚ ਇਹੋ ਜਿਹਾ ਇੱਕ ਵਹਿਮ ਪਾਲ ਕੇ ਆਇਆ ਸੀਗਾ, ਆ 2 ਘੰਟੇ ਦਾ ਕੰਮ ਆ। ਹਾਂਜੀ, 2 ਘੰਟਿਆਂ ਦੇ ਵਿੱਚ ਖਾੜਕੂਆਂ ਨੂੰ ਖਤਮ ਕਰਕੇ ਆਏ, ਲਓ ਰਾਤ ਦੀ ਚਾਹ ਦਿੱਲੀ ਪੀਣੀ ਹੈ। ਜੋ ਹਾਲ ਹੋਇਆ, ਤੁਹਾਡਾ ਨਜ਼ਰੀਆ ਕੀ ਹੈ, ਕੀ ਕਹਿਣਾ ਚਾਹੋਗੇ? ਇੰਨਾ ਭੈੜਾ ਕੰਮ ਕਰਨ ਵਾਲਾ ਇੰਨਾ ਚੰਗਾ ਨਾਂ ਕਿਵੇਂ ਹੋ ਸਕਦਾ? ਇੰਨੇ ਘਟੀਆ ਕੰਮ ਕਰਨ ਵਾਲਾ ਬੰਦੇ ਦਾ ਨਾਂ ਇੰਨਾ ਸੁੰਦਰ ਜੀ ਕਿੱਦਾਂ ਹੋ ਸਕਦਾ? ਪਹਿਲਾਂ ਇਹ ਸਵਾਲ ਹੈਗਾ। ਚਲੋ ਉਹ ਤਾਂ ਮਾਂ ਬਾਪ ਰੱਖਦੇ ਨਾ, ਉਹ ਤੇ ਮਾਂ ਬਾਪ ਰੱਖ ਦਿੰਦੇ। ਹੁਣ ਮਾਂ ਬਾਪ ਨੂੰ ਪਤਾ ਕੀ ਚੰਨ ਚਾੜਨਾ ਚਾਨਣੇ। ਆਹੋ ਬਲਕਿ ਉਹ ਇੰਨਾ ਏਦਾਂ ਇਹੋ ਜਿਹਾ ਨਾਂ ਸੁੰਦਰ ਜੀ ਕਿਸੇ ਇੰਨੇ ਭੈੜੇ ਬੰਦੇ ਦਾ ਨਾਂ ਰੱਖ ਦਿੰਦੇ ਆ। ਨਾ ਤੇ ਮਾਂ ਬਾਪ ਰੱਖ ਦਿੰਦੇ ਇੰਦਰਜੀਤ, ਜਿੱਤੀ ਭਾਵੇਂ ਉਹਦੇ ਕੋਈ ਚਵਾਨੀ ਨਾ ਜਾਵੇ ਕਿਸੇ ਕੋਲ। ਇੰਦਰਜੀਤ ਮਾਂ ਬਾਪ ਨੇ ਤੇ ਵਿਚਾਰੇ ਨੇ ਨਾਂ ਰੱਖਿਆ ਹੁੰਦਾ। ਹਿੰਮਤ ਸਿੰਘ, ਹਿੰਮਤ ਭਾਵੇਂ ਉਹਦੇ ਕੋਲੋਂ ਕਿਸੇ ਨੂੰ ਚਪੇੜ ਮਾਰਨ ਦੀ ਨਾ ਪਵੇ, ਖਾ ਕੇ ਆ ਜਾਵੇ। ਹਾਂਜੀ, ਬਲਵਾਨ ਸਿੰਘ, ਇਹਦਾ ਦੇ ਨਾਂ ਰੱਖੇ ਹੁੰਦੇ। ਨਾਂ 'ਚ ਕੀ ਹੈ? ਸੁੰਦਰ ਜੀ ਦਾ ਨਾਂ ਉਹਦੇ ਮਾਂ ਬਾਪ ਨੇ ਦੇਖਿਆ, ਚਲੋ ਸਤਿਕਾਰਯੋਗ, ਉਹਨਾਂ ਨੂੰ ਆਪਾਂ ਕਿਉਂ ਕਹਿਣਾ, ਕਰਤੂਤ ਤਾਂ ਇਹਦੀ ਸੀ। ਹਾਂਜੀ, ਕਹਿੰਦਾ ਇੰਦਰਾ ਗਾਂਧੀ ਨੂੰ ਮੈਂ 2 ਘੰਟਿਆਂ ਦੇ ਵਿੱਚ ਸਾਰਾ ਮਾਮਲਾ ਤੈਅ ਕਰਕੇ ਆਇਆ। ਕੋਈ ਚੱਕਰ ਨਹੀਂ, ਜਿੰਨੇ ਵੀ ਅੰਦਰ ਛੁਪੇ ਹੋਏ ਨੇ, ਖਾੜਕੂ ਅੱਤਵਾਦੀ ਜੋ ਵੀ ਹੈਗੇ ਨੇ, ਸਾਰਾ ਕੁਛ ਫਿਨਿਸ਼ ਹੋ ਜਾਏਗਾ 2 ਘੰਟਿਆਂ ਵਿੱਚ। ਇੰਦਰਾ ਗਾਂਧੀ ਕੋਲ ਟਾਰਾ ਮਾਰ ਕੇ ਆਇਆ ਸੀ ਬਹੁਤ ਜ਼ਿਆਦਾ ਸੁੰਦਰ ਜੀ, ਤੇ ਆਇਆ। ਫਿਰ ਆ ਕੇ ਦੇਖਿਆ ਉਹਨੇ ਮਾਹੌਲ, ਤੇ 24 ਘੰਟੇ ਬੀਤ ਗਏ ਸੀਗੇ। 2 ਘੰਟੇ ਨੇ ਟਾਰਾ ਮਾਰਨ ਵਾਲਾ ਬੰਦੇ ਦੀ 24 ਘੰਟੇ ਗੋਲੀਬਾਰੀ ਹੁੰਦੀ ਰਹੀ, ਤੇ ਇੱਕ ਵਾਰੀ ਵਿੱਚ ਨੂੰ ਸੀਜ਼ਫਾਇਰ ਵੀ ਕੀਤਾ ਗਿਆ। ਤੇ ਉਸ ਵੇਲੇ ਸੀਜ਼ਫਾਇਰ ਦੌਰਾਨ ਕੁਝ 129 ਦੇ ਕਰੀਬ ਬੰਦੇ ਬਾਹਰ ਵੀ ਆਏ, ਜਿਹਨਾਂ ਵਿੱਚ 39 ਬੱਚੇ ਵੀ ਸੀਗੇ, ਉਹ ਬਾਹਰ ਵੀ ਬੰਦੇ ਆਏ। ਤੇ ਫਿਰ ਉਸ ਤੋਂ ਬਾਅਦ ਨਾ ਇੱਕ ਉੱਪਰ ਹਵੇਲੀ ਸੀ ਦਰਬਾਰ ਸਾਹਿਬ ਨੇੜੇ, ਉੱਥੇ ਚੜ੍ਹ ਗਿਆ ਇਹ। ਚੜ੍ਹਨ ਤੋਂ ਬਾਅਦ ਦੇਖਿਆ ਉਹਨੇ ਗੋਲੀਬਾਰੀ ਦੇਖੀ ਹੁੰਦੀ ਹੋ ਰਹੀ ਆ, ਪਰ ਕੋਈ ਉੱਥੇ ਕੋਈ ਪਰਵਾਹ ਨਹੀਂ ਹੋ ਰਹੀ, ਖਾਲਸਾ ਦੇ ਵਿੱਚ ਕੋਈ ਦਿੱਕਤ ਨਹੀਂ। ਫਿਰ ਉਹ ਉੱਪਰ ਚੜ੍ਹ ਗਏ, ਫਿਰ ਸਭ ਚੜ੍ਹ ਗਿਆ। ਚੜ੍ਹ ਕੇ ਦੇਖਿਆ ਉਹਨੇ, ਦੇਖੀ ਗਿਆ ਉਹ ਸ਼ਬਦ ਦਾ ਨਾਂ, ਉਹ ਜਿਹੜੀ ਜਗ੍ਹਾ ਸੀ ਉਹਦਾ ਨਾਂ ਸੁੰਦਰ ਜੀ ਸੋਨੀ ਵੀ ਰਿਹਾ। ਚਾਵਲਾ ਸਾਹਿਬ ਧਿਆਨ ਚ ਹੋਵੇ ਗੱਲ, ਉਹਦਾ ਨਾਂ ਵੀ ਰਿਹਾ। ਜਦ ਤੱਕ ਕਰਕੇ ਫੌਜ ਦਾ ਉੱਥੇ ਰਿਹਾ ਨਾ ਕਬਜ਼ਾ ਰਿਹਾ, ਉਦੋਂ ਤੱਕ ਕਹਿੰਦੇ ਰਹੇ ਸੁੰਦਰ ਜੀ, ਕਹਿੰਦੇ ਰਹੇ ਉਹ ਸੋਨੀ, ਉਸ ਜਿਹੜਾ ਉੱਪਰ ਸੀਗੀ ਉਹ ਛੱਤ ਸੀਗੀ। ਤੇ ਉਹ ਪਰ ਹਾਲਾਤ ਇਹ ਬਣੇ ਕਿ ਜਿਹੜੇ ਅਸਲ ਚ ਨਾ ਸਿੱਖਾਂ ਨੂੰ ਮਾਰਨ ਵਾਸਤੇ ਤੇ ਸਿੱਖਾਂ ਨੂੰ ਖਤਮ ਕਰਨ ਵਾਸਤੇ, ਜਿੱਦਾਂ ਨਾ ਇੱਕ ਯੁੱਧ ਜੰਗ ਜੰਗਲ ਦੇ ਵਿੱਚ ਕੋਈ ਲੱਕੜਾਂ ਕੱਟਣ ਵਾਸਤੇ ਆ ਰਹੇ ਸੀਗੇ। ਉਹ ਜੰਗਲ ਦੇ ਰੁੱਖ ਇੱਕ ਦੂਜੇ ਨੂੰ ਕਹਿਣ ਲੱਗ ਪਏ ਕਿ ਯਾਰ ਆਪਾਂ ਕਿਵੇਂ ਕੱਟੇ ਜਾਵਾਂਗੇ, ਆਪਾਂ ਨੂੰ ਕਿਵੇਂ ਕੋਈ ਕਰ ਸਕਦਾ। ਇੱਕ ਸਿਆਣਾ ਰੁੱਖ ਕਹਿਣ ਲੱਗਿਆ, ਕਹਿੰਦਾ ਵੀ ਆਪਾਂ ਕੱਟੇ ਜਾਵਾਂਗੇ। ਕਹਿੰਦਾ ਕਿਉਂ? ਕਹਿੰਦਾ ਆਪਣੇ ਵਿੱਚੋਂ ਬਣਾਇਆ ਹੋਇਆ ਬਾਹਾਂ ਜਿਹੜਾ ਪਾਇਆ ਨਾ ਕੁਹਾੜੇ ਦੇ ਵਿੱਚ, ਉਹ ਆਪਣੇ ਦਾ, ਤਾਂ ਕਰਕੇ ਕੱਟੇ ਜਾਵਾਂਗੇ ਆਪਾਂ। ਆਪਣੇ ਵਿੱਚ ਬਾਹਾਂ ਪਾਇਆ ਤਾਂ ਕੱਟੇ ਜਾਵਾਂਗੇ ਆਪਾਂ। ਇਸ ਕਰਕੇ ਜੇਕਰ ਉਹ ਬਰਾੜ ਵਰਗੇ ਬੰਦੇ ਨਾ ਹੁੰਦੇ ਵਿੱਚ, ਦੇਖੋ ਕੀ ਚਲਾਕੀ ਕੀਤੀ ਇੰਦਰਾ ਗਾਂਧੀ ਨੇ। ਭਿੰਡਰਾਂ ਵਾਲੇ ਬਰਾੜ ਸੀਗੇ, ਤੇ ਉਹ ਬਰਾੜ ਵੀ ਉੱਥੇ ਚੁਣਿਆ ਵੀ ਬਰਾੜ ਨੂੰ ਲੈ ਕੇ ਜਾਓ ਉੱਥੇ। ਫਿਰ ਇੱਕ ਨਿਰੰਕਾਰੀ ਸੀਗਾ ਉੱਥੇ, ਨਿਰੰਕਾਰੀ ਨਾਲ ਦੁਸ਼ਮਣੀ ਸੀ ਭਿੰਡਰਾਂ ਵਾਲੇ ਦੀ, ਤੇ ਨਿਰੰਕਾਰੀ ਹੀ ਇੱਕ ਮੁਖੀ ਲਾਇਆ ਉੱਥੇ ਜਿਹੜਾ ਮਿਲਟਰੀ ਦਾ ਸੀਗਾ, ਤਾਂ ਕਿ ਗੁੱਸਾ ਹੋਵੇ। ਤੇ ਉਹਨਾਂ ਵਿੱਚ ਕਾਫੀ ਬਲਕਿ ਉਹਨੇ ਤਰੀਕੇ ਲੱਭੇ ਇੰਦਰਾ ਗਾਂਧੀ ਨੇ ਵੀ ਕਿਸ ਤਰੀਕੇ ਨਾਲ ਆਪਾਂ ਦਰਬਾਰ ਸਾਹਿਬ ਦੇ ਉੱਪਰ ਉਹਨਾਂ ਲੋਕਾਂ ਦੇ ਵਿਰੁੱਧ ਕਿਵੇਂ ਜਿੱਤ ਲਈਏ, ਆਪਾਂ ਕਿਵੇਂ ਕਰੀਏ ਕੰਮ। ਤੇ ਇਹ ਏਦਾਂ ਦਾ ਸੀਗਾ ਵੀ ਮੇਸ਼ਰ ਸਿੰਘ ਗਰੇਵਾਲ ਕਹਿੰਦਾ ਕੋਈ ਪਤਾ ਨਹੀਂ ਸੀਗਾ, ਜਿਹੜਾ ਅੱਜ ਕੱਲ੍ਹ ਬੜਾ ਬੀਬਾ ਬਣਿਆ ਹੋਇਆ ਉਹ ਮੇਸ਼ਰ ਸਿੰਘ ਗਰੇਵਾਲ ਨਹੀਂ, ਮੇਸ਼ਰ ਸਿੰਘ ਗਰੇਵਾਲ ਨਹੀਂ, ਜਿਹੜਾ ਕਿ ਬਾਦਲ ਸਰਕਾਰ ਦਾ
ਮੁੱਖ ਸਕੱਤਰ ਵੀ ਰਿਹਾ ਸਰਕਾਰ ਦੇ ਵਿੱਚ, ਉਸ ਟਾਈਮ ਤੇ DC ਸੀਗਾ ਦਰਬਾਰ ਸਾਹਿਬ ਉੱਥੇ ਅੰਮ੍ਰਿਤਸਰ ਦਾ। ਉਹ ਵੈਸੇ ਮੁੱਕਰ ਗਿਆ, ਕਹਿੰਦਾ ਮੈਂ ਸੈਰ ਨਹੀਂ ਕੀਤੇ ਸੀਗੇ, ਮੁੱਕਰ ਗਿਆ। ਪਰ ਉਹ ਅੱਜ ਕੱਲ ਕਾਫੀ ਬੀਬਾ ਬਣਿਆ, ਕਹਿੰਦਾ ਮੇਰੇ ਤੇ ਇਲਜ਼ਾਮ ਲੱਗੇ ਨੇ, ਮੈਂ ਤਾਂ ਬਿਲਕੁਲ ਠੀਕ ਹੈਗਾ। ਤੇ ਉਹ ਵੀ ਕਹਿੰਦਾ ਵੀ ਕੋਈ ਪਤਾ ਨਹੀਂ ਵੀ ਇਹ ਦਿਨ ਕਿਉਂ ਚੁਣੇ ਗਏ, ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਦਿਹਾੜਾ ਕਿਉਂ ਚੁਣਿਆ ਗਿਆ, ਇਹ ਨਹੀਂ ਸਮਝ ਆਇਆ ਵੀ ਕਿਉਂ ਉਹ ਦਿਨ ਹੀ ਚੁਣੇ ਗਏ। ਜਿੱਦਣ ਇਹਨਾਂ ਨੇ ਆਪਣਾ ਬਿਆਨ ਦਿੱਤਾ ਸੀ, ਉਦੋਂ ਨੂੰ ਬਿਆਨ ਪੜ੍ਹਨ ਤੋਂ ਬਾਅਦ ਚਲੋ ਸਾਡੀ ਜਿੰਨੀ ਕੁ ਤੁਸ਼ ਬੁੱਧੀ ਦੇ ਮੁਤਾਬਕ ਮੈਂ ਕਿਤਾਬਾਂ ਦੇ ਪੰਨੇ ਮੋੜੇ, ਫਿਰ ਸਾਰਾ ਦਿਨ ਲਾਏ, ਤੇ ਮੈਂ ਨੰਬਰ ਲੱਭਣ ਦੀ ਕੋਸ਼ਿਸ਼ ਕੀਤੀ। ਮੈਂ ਬੋਲਿਆ ਵੀ ਸੀ, ਉਦੋਂ TV ਨਹੀਂ ਸੀਗਾ ਸ਼ਾਇਦ, ਚਲੋ ਹੁਣ ਤਾਂ ਵਰਲਡ ਵਾਈਡ ਟੈਲੀਵਿਜ਼ਨ ਵੀ ਜਾਂਦਾ। ਕਿਤੇ ਜਨਾਬ ਦਾ ਕੋਈ ਦੋਸਤ ਮਿੱਤਰ ਹੋਵੇ, ਕੋਈ ਸਾਨੂੰ ਨੰਬਰ ਦਿਓ ਵੀ ਭਾਈ ਤੂੰ ਇੰਨੀ ਬੇਨਤੀ ਤੈਨੂੰ ਕਰਦੇ ਆ ਵੀ ਚੱਲ ਜੇ ਤੂੰ ਨਹੀਂ ਸੀ ਤੇ ਤੇਰੇ ਉੱਤੇ ਐਡੇ ਵੱਡੇ ਐਲੀਗੇਸ਼ਨ ਅਖਬਾਰਾਂ ਨੇ ਲਾਏ, ਤੇਰੇ ਖਿਲਾਫ ਐਡੀਆਂ ਵੱਡੀਆਂ ਗੱਲਾਂ ਬਾਤਾਂ ਕਿਤਾਬਾਂ ਦੇ ਵਿੱਚ ਲਿਖੀਆਂ, ਬੰਦੇ ਜੀਂਦੇ ਨੇ, ਉਹ ਪਬਲਿਸ਼ਰ ਜੀਂਦੇ ਨੇ, ਤੇਰੇ 'ਚ ਇੰਨੀ ਹਿੰਮਤ ਨਹੀਂ ਵੀ ਉਹਨਾਂ ਨੂੰ ਫੜ ਕੇ ਤੇ ਕੇਸ ਕਰ ਲਏ ਮਾਣਹਾਨੀ ਦਾ, ਮੇਰਾ ਨਾਂ ਕੋ ਬਦਨਾਮ ਕੀਤਾ ਗਿਆ, ਮੇਰਾ ਨਾਂ ਕੋ ਕਾਲੀ ਸੂਚੀ 'ਚ ਪਾਇਆ ਗਿਆ, ਮੇਰੇ ਆਉਣ ਵਾਲੀ ਸਾਰੀ ਜਿਹੜੀ ਆ ਜਨਰੇਸ਼ਨ, ਜਿਵੇਂ ਹੁਣ ਤੱਕ ਅਸੀਂ ਮਾਫ ਨਹੀਂ ਕੀਤਾ, ਅੱਜ ਤੱਕ ਮਾਫ ਕੀਤਾ, ਦਿਲੋਂ ਮਾਫ ਕਿਸੇ ਨੇ ਨਹੀਂ ਕੀਤਾ ਹੋਣਾ। ਹਾਂਜੀ, ਜਨਰਲ ਅਡਵਾਇਰ ਦੇ ਸਿਰ 'ਚ ਸਰੋਪਾ ਪਾਉਣ ਵਾਲੇ ਰੂਡਸੋਂ ਨੂੰ ਕਿਤੇ ਮਾਫ ਕੀਤਾ, ਮਾਫੀ ਮੰਗ ਲਈ ਮਾਨ ਸਾਹਿਬ ਨੇ, ਮੰਗ ਲਈ, ਚਲੋ। ਹਾਂਜੀ, ਔਰੰਗਜ਼ੇਬ ਨੂੰ ਮਾਫ ਕੀਤਾ, ਉਹਦੀ ਨੂੰਹ ਆ ਕੇ ਮਾਫੀ ਮੰਗ ਗਈ, ਕਿਤੇ ਮਾਫ ਕੀਤਾ? ਦਿਲੋਂ ਤੇ ਨਹੀਂ ਹੁੰਦਾ ਨਾ, ਹੁੰਦਾ ਤੇ ਹੋ ਗਿਆ। ਇੰਦਰਾ ਗਾਂਧੀ ਨੂੰ ਮਾਫ ਕੀਤਾ, ਆ ਕੇ ਤਾਂ ਮੱਥਾ ਟੇਕ ਹੀ ਸੀ ਉਹ ਵੀ ਤੈਨੂੰ ਭਾਈ ਬੇਨਤੀ ਕਰਦੀ, ਚਲੋ ਜਿੱਦਾਂ ਵੀ ਸੰਗਤਾਂ ਵੱਲੋਂ ਵੀ ਉਹਨਾਂ ਨੂੰ ਕਟਹਿਰੇ 'ਚ ਲੈ ਕੇ ਜਾ, ਵੀ ਮੇਰਾ ਨਾਂ ਕੋ ਬਦਨਾਮ ਕੀਤਾ, ਜੇ ਤੁਸੀਂ ਸਾਈਨ ਕੀਤੇ ਸੀ ਜਾਂ ਨਹੀਂ ਕੀਤੇ ਸੀ, ਹਾਂਜੀ ਪ੍ਰੂਫ ਦੇ ਦਿਓ, ਕਿਉਂ ਲਗਾਉਂਦੇ ਹੋ? ਹੁਣ ਸਾਹਮਣੇ ਆਇਆ ਨਾ, ਉਹ ਹੁਣ ਸਾਹਮਣੇ ਆਇਆ ਨਾ ਪਿਛਲੇ ਦਿਨਾਂ ਵਿੱਚ ਵੀ ਮੇਰਾ ਨਾਮ ਬਦਨਾਮ ਕੀਤਾ ਜਾ ਰਿਹਾ ਕਰਦਾ। 36 ਸਾਲ ਤੋਂ ਬਾਅਦ 36 ਸਾਲ ਤੋਂ ਬਾਅਦ ਤੁਸੀਂ ਸਾਹਮਣੇ ਆ ਰਹੇ ਹੋ, 36 ਈਅਰ 36 ਈਅਰ ਤੋਂ ਬਾਅਦ ਤੁਹਾਨੂੰ ਯਾਦ ਆਇਆ ਕਿ ਮੇਰਾ ਨਾਮ ਬਦਨਾਮ ਕੀਤਾ ਜਾ ਰਿਹਾ। ਜਿਹਦਾ ਨਾਂ ਕਿਦਾ ਸਾਹਿਬ, ਮੈਂ ਤੁਹਾਨੂੰ ਇੱਕ ਗੱਲ ਕਹਿਦਾ, ਸਾਰੀ ਰਾਤ ਨਹੀਂ ਨੀਂਦ ਆਉਣੀ ਤੁਹਾਨੂੰ। ਇਹ 36 ਸਾਲ ਘਰਾੜੇ ਵੱਜਦੇ ਰਹੇ, ਤੇ ਹੁਣ ਮਤਲਬ ਕਿਤੇ ਮਿਹਣੇ ਵੱਜਦੇ ਹੋਣਗੇ ਨਾ, ਹੁਣ ਕੋਈ ਮਿਹਣੇ ਵੱਜਦੇ ਆ ਜਦੋਂ ਕਿਤੇ ਧੀਆਂ ਪੁੱਤਾਂ ਨੂੰ, ਤੇ ਫਿਰ ਉਹ ਪੁੱਛਦੇ ਹੋਣਗੇ ਕਿ ਬਾਪੂ ਜੀ ਕੀ ਕੀਤਾ ਸੀ, ਦਾਦਾ ਜੀ ਵਾਕਈ ਕੀਤਾ ਸੀ। ਕਿਉਂਕਿ ਅੱਜ ਦੀ ਜਨਰੇਸ਼ਨ ਜਿਹੜੀ ਆ ਨਾ, ਉਹ ਪੈੜ ਨੱਪਦੀ ਆ, ਗਾਂਹ ਜਾਂਦੀ ਆ, ਕਾਲਖ ਜਿਹੜੀ ਮੱਥੇ ਤੇ ਲੱਗ ਜੇ ਇੱਕ ਵਾਰੀ, ਖਾਸ ਤੌਰ ਤੇ ਇਹੋ ਜਿਹੇ ਕੌਮੀ ਕੰਮਾਂ ਦੇ ਕਰਕੇ। ਹਾਂਜੀ, ਤੁਸੀਂ ਕੁਝ ਕਹਿ ਰਹੇ ਸੀ। ਹਾਂ, ਦੁਖਨਿਵਾਰਨ ਸਾਹਿਬ ਤੇ ਅੱਜ ਅਟੈਕ ਹੋਇਆ ਚਾਲਾ ਸਾਹਿਬ, ਉੱਥੇ ਵੀ ਫੌਜ ਦੀ ਕਰੂਰਤਾ ਜਿਹੜੀ ਸਾਹਮਣੇ ਆਈ ਸੀ, ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਾਈਲਾਂ ਵਿੱਚੋਂ ਮਿਲੀ ਹੈਗੀ ਆ, ਉਹ ਫੌਜ ਗਹਿਣੇ ਵੀ ਚੱਕ ਕੇ ਲੈ ਗਈ ਸੀਗੀ, ਹੋਰ ਸਮਾਨ ਚੱਕ ਕੇ ਲੈ ਗਈ ਸੀਗੀ। ਜਿੱਦਾਂ ਕਿ ਇਸ ਮਾਮਲੇ ਦੇ ਵਿੱਚ ਕੀ ਕੋ ਚੱਕ ਕੇ 2118 ਰੁਪਏ ਗੁਰਦੁਆਰੇ ਖਜ਼ਾਨੇ ਵਿੱਚੋਂ, 4 ਕੁਆਟਰਾਂ ਵਿੱਚੋਂ 16,813 ਰੁਪਏ, 31 ਘੜੀਆਂ, 1 ਟਾਈਮ ਪੀਸ, 3 ਟੇਪ ਰਿਕਾਰਡਰ, 5 ਟਰਾਂਜਿਸਟਰ, 15 ਤੋਲੇ ਗਹਿਣੇ ਸੋਨੇ ਦੇ, 8 ਤੋਲੇ ਗਹਿਣੇ ਚਾਂਦੀ ਦੇ, ਇੱਕ ਉੱਥੇ ਪਈ ਸੀਗੀ ਬੰਦੂਕ ਪਈ ਸੀਗੀ ਟੋੜਾ ਸਾਹਿਬ ਦੀ, ਉਹ ਵੀ ਚੱਕ ਲੈ ਗਈ ਸੀ। ਇਸ ਹਮਲੇ ਦੇ ਵਿੱਚ ਇੱਕ 100 ਸਾਲ ਦਾ ਬਜ਼ੁਰਗ, ਇੱਕ ਅਖਬਾਰ ਨੇ ਛਾਪਿਆ ਸੀ 11 ਬੰਦੇ ਮਰੇ ਸੀਗੇ, ਪਰ ਸ਼੍ਰੋਮਣੀ ਕਮੇਟੀ ਦੀ ਫਾਈਲਾਂ ਦੇ ਵਿੱਚੋਂ ਦੁਖਨਿਵਾਰਨ ਸਾਹਿਬ ਦੇ ਵਿੱਚ 20 ਬੰਦੇ ਮਰੇ ਸੀ, ਜਿਹਦੇ 100 ਸਾਲ ਦਾ ਬਜ਼ੁਰਗ ਵੀ ਸੀਗਾ, ਇੱਕ ਅੰਨਾ ਸੀਗਾ, ਇੱਕ ਭਿਖਾਰੀ ਵੀ ਸੀਗਾ, ਤੇ ਔਰਤਾਂ ਵੀ ਸੀਗੀਆਂ, ਇਹ ਉੱਥੇ ਮਰੇ ਸੀਗੇ। ਤੇ ਕਾਫੀ ਬੰਦੇ ਗ੍ਰਿਫਤਾਰ ਵੀ ਕੀਤੇ ਗਏ ਸੀ, ਕਾਫੀ ਬੰਦੇ ਗ੍ਰਿਫਤਾਰ ਵੀ ਹੋਏ ਸੀਗੇ, ਜਿਹੜੇ ਬਾਅਦ ਛੱਡ ਦਿੱਤੇ ਗਏ। FIR ਜਿਹੜੀ ਦਰਜ ਹੋਈ ਸੀਗੀ, FIR ਦੇ ਵਿੱਚ ਕਈ ਨਾਂ ਦਰਜ, ਉਹ FIR ਵੀ ਉੱਥੇ ਪਈ ਆ ਫਾਈਲ ਦੇ ਵਿੱਚ ਚਾਵਲਾ ਸਾਹਿਬ। ਉਸ FIR ਦੌਰਾਨ ਕਾਫੀ ਬੰਦਿਆਂ ਦੇ ਨਾਂ ਵਿੱਚ ਹੈਗੇ ਨੇ ਜਿਹੜੇ ਕਿ ਗ੍ਰਿਫਤਾਰ ਕੀਤੇ ਗਏ ਸੀਗੇ। ਧਾਰਾ 307, 53, 332, 323 ਵਗੈਰਾ ਧਾਰਾਵਾਂ ਲਾ ਕੇ ਉਹਨਾਂ ਦੇ ਖਿਲਾਫ ਉਹਨਾਂ ਨੂੰ ਬੰਦ ਕੀਤਾ ਗਿਆ ਸੀ ਸਿਵਲ ਲਾਈਨ ਥਾਣੇ ਦੇ ਵਿੱਚ। ਇਹ ਉਹਦੀਆਂ ਫਾਈਲਾਂ ਵਿੱਚ ਦਰਜ ਜਿਹੜੀ ਸਚਾਈ ਹੈ ਉਹ ਹੈ। ਇੱਕ ਸਮਝ ਨਹੀਂ ਚਾਵਲਾ ਸਾਹਿਬ ਹੁੰਦੀ, ਜਿਵੇਂ ਨਾ ਜਲਿਆਂ ਵਾਲੇ ਬਾਗ ਦੇ ਵਿੱਚ ਅਟੈਕ ਹੋਇਆ ਸੀ ਜਨਰਲ ਡਾਇਰ ਦਾ, ਤੇ ਉਸ ਸਮੇਂ ਨਾ ਜਿਹੜੇ ਬੰਦੇ ਮਾਰੇ ਗਏ ਸੀਗੇ ਉਹਨਾਂ ਵਿੱਚੋਂ ਘੱਟ ਲੋਕਾਂ ਦੀ ਲਿਸਟ ਲੱਗੀ ਹੋਈ ਆ ਉੱਥੇ ਸ਼ਹੀਦਾਂ ਦੀ। ਦਰਬਾਰ ਸਾਹਿਬ ਵਿੱਚ ਜਿਹੜੇ ਸ਼ਹੀਦ ਹੋਏ ਬੰਦੇ ਆ ਉਹਨਾਂ ਦੀ ਲਿਸਟ ਨਹੀਂ ਮੇਰੇ ਧਿਆਨ 'ਚ ਨਹੀਂ ਕਿਤੇ ਆਈ, ਜਾਂ ਕਿਤੇ ਆ ਗਈ, ਮੇਰੇ ਧਿਆਨ 'ਚ ਨਹੀਂ ਕਿਤੇ ਆਈ ਉਹ, ਕਿਤੇ ਕੋਈ ਲਿਸਟ ਜਾਰੀ ਕੀਤੀ ਹੋਵੇ ਕਿ ਸ਼੍ਰੋਮਣੀ ਕਮੇਟੀ ਨੇ ਜਾਂ ਕਿਸੇ ਹੋਰ ਨੇ। ਪਟਿਆਲੇ ਵਿੱਚ ਜਿਹੜੇ ਬੰਦੇ ਮਰੇ ਸੀਗੇ, ਸ਼ਹੀਦ ਹੋਏ ਸੀਗੇ,
ਉਹਨਾਂ ਦੀ ਲਿਸਟ ਹੈ ਦੁੱਖਵਾਨ ਸਾਹਿਬ ਦੇ ਫਾਈਲ ਦੇ ਵਿੱਚੋਂ ਆਪਣੀ ਮਸਲ ਵੀ ਕੀਤੀ ਆਪਾਂ ਲਿਖਿਆ ਗਿਆ ਕਿਤੇ ਆਪਾਂ ਨੇ ਕਿਸੇ ਖਬਰ ਦੇ ਵਿੱਚ ਲਿਖਿਆ ਸੀਗਾ ਪੁਰਾਣੇ ਬੰਦੇ ਸ਼ਹੀਦ ਹੋਏ ਸੀ। ਪਰ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਬੰਦੇ ਸ਼ਹੀਦ ਹੋਏ ਸੀਗੇ ਉਹਨਾਂ ਦੀ ਲਿਸਟ ਕਿਤੇ ਜਾਰੀ ਨਹੀਂ ਕੀਤੀ ਕਿਸੇ ਨੇ, ਕੀਤੀ ਹੋਵੇ ਜਾਰੀ ਜਾਂ ਕਿਸੇ ਨੋਟ 'ਚ ਹੋਵੇ, ਮੇਰੇ ਧਿਆਨ 'ਚ ਆਈ ਇਹ। ਤੇ ਉਹ ਜਦ ਕਿ ਉਹ ਜਿਹੜੇ ਬੰਦੇ ਸ਼ਹੀਦ ਉੱਥੇ ਹੋਏ ਸੀਗੇ ਉਹਨਾਂ ਦੀ ਵੀ ਲਿਸਟ ਜਾਰੀ ਹੋਣੀ ਚਾਹੀਦੀ ਸੀਗੀ ਕਿ ਕਿਹੜਾ ਬੰਦਾ ਉੱਥੇ ਸ਼ਹੀਦ ਹੋ ਗਿਆ ਸੀ, ਕਿੱਥੇ ਦਾ ਬੰਦਾ ਸੀਗਾ, ਕੋਈ ਕਿਤੋਂ ਆਇਆ ਐਕਸਟਰਾ ਕਿਤੋਂ ਆਇਆ ਸੀਗਾ, ਤੇ ਉਹਦੀ ਲਿਸਟ ਵੀ ਕਿ ਕਿਹੜਾ ਬੰਦਾ ਉੱਥੇ ਸ਼ਹੀਦ ਹੋ ਗਿਆ ਸੀ, ਕਿੱਥੇ ਦਾ ਬੰਦਾ ਸੀਗਾ, ਕੋਈ ਕਿਤੋਂ ਆਇਆ ਅਟੈਕ ਸੀਗਾ ਜਿਵੇਂ ਅੰਗਰੇਜ਼ਾਂ ਨੇ ਅਟੈਕ ਜ਼ਿਲ੍ਹਿਆਂਵਾਲੇ ਬਾਗ ਤੇ ਕੀਤਾ ਸੀ, ਏਦਾਂ ਭਾਰਤ ਸਰਕਾਰ ਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਸੀਗਾ। ਉਹ ਤੋਂ ਜ਼ਿਆਦਾ ਘਟੀਆ ਸੀ, ਉਹ ਤੋਂ ਜ਼ਿਆਦਾ ਕਰੂਰ ਅਟੈਕ ਸੀਗਾ ਇਹ ਜਿਹੜਾ ਇੱਥੇ ਅਟੈਕ ਕੀਤਾ ਗਿਆ। ਔਰ ਅੰਗਰੇਜ਼ ਰਾਜ ਦੇ ਵੇਲੇ ਵੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਹੈ ਜਿਹੜੀ ਉਸ ਵਕਤ ਦੀ ਪੁਲਿਸ ਤੇ ਫੌਜ ਵੀ ਦਾਖਲ ਹੋਈ। ਉਸ ਵਕਤ ਦੀ ਪੁਲਿਸ ਜਿਹੜੀ ਕਹਿ ਲਓ ਜਿਵੇਂ ਆਪਾਂ ਤੋਸ਼ੇਖਾਨੇ ਦੀਆਂ ਚਾਬੀਆਂ ਜਿਹੜੀਆਂ ਜ਼ਾਲਮ ਜੀਪੀ ਜਿਹੜਾ ਸੀ ਉਹਨੂੰ ਚਪੇੜ ਮਾਰੀ ਸੀਗੀ ਉਸ ਵਕਤ ਮਾਤਾ ਜੀ ਨੇ ਇੱਕ ਨੇ। ਔਰ ਇਹ ਪਹਿਲੀ ਵਾਰੀ ਨਹੀਂ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਆਈ, ਇਸ ਤੋਂ ਪਹਿਲਾਂ ਵੀ ਪੁਲਿਸ ਆ ਚੁੱਕੀ ਹੈ, ਪਰੰਤੂ ਉਹਨਾਂ ਨੇ ਮਾਫੀਆਂ ਵੀ ਮੰਗੀਆਂ। ਖੈਰ ਬਿਨਾਂ ਕਾਲਰ ਨੇ ਕਾਲ ਲੈ ਲਈ, ਪਰ ਉਹਦੇ ਨਾਲ ਕੁਝ ਲੋਕ ਨੇ ਉਹਨਾਂ ਦਾ ਜ਼ਿਕਰ ਜ਼ਰੂਰ ਕਰਨਾ ਬਣਦਾ ਹੈ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਉਹਨਾਂ ਦਾ ਵੀ, ਜਿਨ੍ਹਾਂ ਨੇ ਹਾ ਦੇ ਨਾਅਰੇ ਮਾਰੇ ਨੇ, ਉਸ ਵਕਤ ਮੈਡਲ ਵਾਪਸ ਕੀਤੇ ਨੇ, ਉਹਨਾਂ ਦਾ ਵੀ ਜ਼ਿਕਰ ਕਰਨਾ ਬਣਦਾ। ਉਹਦੇ ਵਿੱਚ ਹਿੰਦੂ ਭਾਈਚਾਰੇ ਦੇ ਲੋਕ ਬਹੁਤ ਵੱਡੀ ਤਾਦਾਦ ਦੇ ਨੇ ਜਿਨ੍ਹਾਂ ਨੇ ਇਸ ਤਰਾਸਦੀ ਵਾਸਤੇ ਰੋਟੀ ਵੀ ਨਹੀਂ ਘਰ ਦੇ ਵਿੱਚ ਪਕਾਈ, ਸਾਨੂੰ ਯਾਦ ਹੈ। ਔਰ ਇਸੇ ਤਰ੍ਹਾਂ ਕੁਝ ਕੱਟੜਵਾਦੀ ਵੀ ਸਨ ਜਿਨ੍ਹਾਂ ਨੇ ਲੱਡੂ ਵੰਡੇ, ਭੰਗੜੇ ਪਾਏ, ਹਾਂਜੀ ਖੁਸ਼ੀਆਂ ਮਨਾਈਆਂ। ਔਰ ਕੁਝ ਇਹੋ ਜਿਹੇ ਵੀ ਸਨ ਜਿਨ੍ਹਾਂ ਨੇ ਅਟੈਕ ਕਰਨ ਤੋਂ ਲੈ ਕੇ ਨਾ ਕਰਨ ਦੇ ਨਾਲ ਬੀਬੀ ਨੂੰ ਮੱਤਾਂ ਵੀ ਦਿੱਤੀਆਂ, ਇੰਦਰਾ ਗਾਂਧੀ ਨੂੰ, ਵੀ ਵੇਖ ਕਿਤੇ ਨਾ ਪੰਗਾ ਲੈ, ਇੱਕ ਨਾਲ ਪੰਗਾ ਲੈ ਲੱਗੀਆਂ। ਉਹ ਤਾਂ ਹਿਸਟਰੀ ਤੋਂ ਵਾਕਫ ਹੋਊਗਾ। ਜਿਵੇਂ ਹੁਣ ਆਪਾਂ ਗੱਲ ਕੀਤੀ ਹੈ ਨਾ, ਤੁਸੀਂ ਨਾਂ ਦੀ ਗੱਲ ਕੀਤੀ ਸੀ, ਜਨਰਲ ਸੁੰਦਰ ਜੀ ਕਹਿੰਦਾ 2 ਘੰਟਿਆਂ ਜਾ ਕੇ ਦਿੱਲੀ ਚਾਹ ਪੀਵਾਂਗਾ। ਚਾਹ ਜਿਹੋ ਜਿਹੀ ਪੀਤੀ ਗਈ ਉਹ ਤਾਂ ਆਪਾਂ ਜਾਣਦੇ ਹੀ ਹਾਂ ਸਾਰੇ। 84 ਦੇ ਵਿੱਚ ਜੇਕਰ ਆਪਾਂ ਸਜਦਾ ਕਰੀਏ ਤਾਂ ਸਭ ਤੋਂ ਵੱਡੀ ਪਹਿਲੇ ਜਿਹੜੀ ਪਹਿਲ ਸੀਗੀ ਉਹ ਜਨਰਲ, ਆਪਾਂ ਹੁਣ ਇੱਥੇ ਸਵਰਗਵਾਸੀ ਕਹਿ ਦਈਏ, ਸ੍ਰੀ ਨਿਵਾਸ ਕੁਮਾਰ ਸਿਨਹਾ, ਹਾਂਜੀ ਜਿਹਨੂੰ ਆਪਾਂ SK ਸਿਨਹਾ ਕਹਿੰਦੇ ਹਾਂ, ਉਹਨੇ ਨਾ ਕਰਤੀ ਸੀ ਪਹਿਲਾਂ ਕੁਲਦੀਪ ਬਰਾੜ ਤੋਂ ਪਹਿਲਾਂ। ਸ਼ਾਇਦ ਤੁਹਾਨੂੰ ਯਾਦ ਹੋਊਗਾ ਕਿ ਪਹਿਲਾਂ ਇਹਨੂੰ ਇਹ ਕਮਾਂਡ ਸੌਂਪੀ ਜਾ ਰਹੀ ਸੀ ਕਿ ਵੀ ਜਾ ਭਿੰਡਰਾਂ ਵਾਲਾ ਫੜ ਕੇ ਲੈ ਕੇ ਆ। ਕਹਿੰਦਾ ਨਾ, ਮੈਂ ਦਰਬਾਰ ਸਾਹਿਬ ਨਹੀਂ ਅਟੈਕ ਕਰ ਸਕਦਾ। ਹਿਸਟਰੀ ਵੇਖੋ ਕਿੰਨੀ, ਉਹ ਜਾਣਦਾ ਹੋਊਗਾ ਕਿ ਇਹਨਾਂ ਦੀ ਕੁਰਬਾਨੀ ਕੀ ਆ, ਉਹ ਮੱਕਾ ਕੀ ਹੈ, ਧਾਰਮਿਕ ਸਥਾਨ ਕੀ ਹੈ, ਬਲਕਿ ਉਹਨੇ ਇਹਨੂੰ ਵੀ ਕਿਹਾ ਕਿ ਨਾ ਕਰੇ, ਹਾਂਜੀ। ਪਰ ਉਹਦੇ ਤੇ ਪ੍ਰੈਸ਼ਰਾਈਜ਼ ਕਿਹਨਾਂ ਦਾ ਸੀ? ਅਡਵਾਨੀ ਕਹਿੰਦਾ ਸਾਡਾ ਪ੍ਰੈਸ਼ਰ ਸੀਗਾ, ਮਾਈ ਕੰਟਰੀ ਮਾਈ ਲਾਈਫ ਕਹਿੰਦਾ। ਉਹ ਤਾਂ ਮੰਨਦੀ ਨਹੀਂ ਸੀ, ਉਹ ਤਾਂ ਡਰਦੀ ਵੀ ਸੀ, ਪਰ ਅਸੀਂ ਜ਼ੋਰ ਦੇ ਕੇ ਕਰਵਾਇਆ। ਦੁਰਗਾ ਮਾਤਾ ਦਾ ਖਿਤਾਬ ਦਿੱਤਾ ਬਾਅਦ ਦੇ ਵਿੱਚ। ਉਹਨੇ ਸੁਚੇਤ ਵੀ ਕੀਤਾ ਸੀ ਸਿੱਟਿਆਂ ਤੋਂ। ਨਾਲ ਡਿਪਟੀ ਕਮਿਸ਼ਨਰ ਸਰਦਾਰ ਗੁਰਦੇਵ ਸਿੰਘ ਬਰਾੜ, ਫਿਰ ਆ ਗਈ ਨਾ ਗੱਲ ਉੱਥੇ ਹੀ, ਉਹ ਨਾ ਕਰ ਗਿਆ ਸੀ, ਚਲ ਗਿਆ ਸੀਗਾ ਉਸ ਸਮੇਂ। DIG ਸਰਦਾਰ ਗੁਰਦਿਆਲ ਸਿੰਘ ਪੰਧੇਰ, ਆਪਾਂ ਕੱਲ੍ਹ ਵੀ ਗੱਲ ਕੀਤੀ ਸੀ। ਇੰਟੈਲੀਜੈਂਸ ਬਿਊਰੋ ਅੰਮ੍ਰਿਤਸਰ ਦੇ ਜੁਆਇੰਟ ਡਾਇਰੈਕਟਰ ਨੇ ਸਰਦਾਰ MPS ਔਲਖ। ਇਹ ਉਹ ਲੋਕ ਨੇ ਜਿਨ੍ਹਾਂ ਨੇ ਉਸ ਵਕਤ ਸਮੇਂ ਦੀਆਂ ਸਰਕਾਰਾਂ ਦਾ ਸਾਥ ਨਹੀਂ ਦਿੱਤਾ, ਪਰ ਜਿੱਥੇ ਲੋਕ ਇਹਨਾਂ ਦਾ ਸਜਦਾ ਕਰਦੇ, ਜਿੱਥੇ ਇਹਨਾਂ ਨੂੰ ਸਲੂਟ ਕਰਦੇ ਨੇ, ਉੱਥੇ ਅਜਿਹੇ ਵੀ ਹਨ, ਕੁਲਦੀਪ ਬਰਾੜ ਵਰਗੇ ਵੀ ਹਨ, ਜਿਨ੍ਹਾਂ ਦੇ ਮਗਰ ਸਿੰਘ ਵੀ ਲੋਕ ਲਾਉਣ ਤੋਂ ਕੰਨੀ ਕਤਰਾਉਂਦੇ ਨੇ ਵੀ ਇਹਨਾਂ ਨੂੰ ਸਿੰਘ ਵੀ ਨਹੀਂ ਕਹਿਣਾ। ਕਾਲ ਲੈ ਲਈਏ ਫਿਰ ਆਪਾਂ। ਹੈਲੋ ਹਾਂਜੀ ਚਾਵਲਾ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੁੰਦੇ ਨੇ ਵੀ ਇਹਨਾਂ ਨੂੰ ਸਿੰਘ ਵੀ ਨਹੀਂ ਕਹਿਣਾ। ਕਾਲ ਲੈ ਲਈਏ ਫਿਰ ਆਪਾਂ। ਹੈਲੋ ਹਾਂਜੀ ਚਾਵਲਾ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਉਸ ਦੌਰ ਦੇ ਵਿੱਚ ਜੀ ਇੱਕ ਨਾਂ ਜੁੜਿਆ ਸੀ ਮਿਲਟਰੀ ਵਾਲਿਆਂ ਦੇ ਨਾਲ, ਉਹਨਾਂ ਦਾ ਅਫਸਰ ਸੀ ਰਣਜੀਤ ਸਿੰਘ ਦਿਆਲ। ਰਣਜੀਤ ਦਿਆਲ, ਹਾਂ, ਉਹਦਾ ਨਹੀਂ ਅੱਜ ਕੱਲ੍ਹ ਸੁਣਦੇ ਜੀ ਕੁਛ ਵੀ ਗੱਲਬਾਤ। ਅਕੀਦਾ ਸਾਹਿਬ ਤੋਂ ਪੁੱਛੋ ਤਾਂ ਉਹਨਾਂ ਦਾ ਕੀ ਰੋਲ ਸੀ ਜਿਵੇਂ ਆ ਜਾਂਦੀ ਹੈ ਜੀ। ਉਹਦਾ ਵੀ ਉਹੀ ਸੀਗਾ ਕਿ ਜਿਵੇਂ ਬਰਾੜ ਦਾ ਸੀ। ਅੱਛਾ ਠੀਕ ਆ ਜਾਂਦਾ, ਹਾਂ, ਉਹਦਾ ਵੀ ਜ਼ਿਕਰ ਆ ਜਾਂਦਾ। ਉਹ ਵੀ ਬਰਾੜ ਦਾ ਹੀ ਭਰਾ ਸੀ, ਕੁਲਦੀਪ ਬਰਾੜ ਦਾ ਹੀ। ਆਹੋ, 1-2 ਦਿਨਾਂ ਤੋਂ ਰੋਜ਼ ਹੁਣ ਸੁਣੀਦਾ ਸੀ। ਮੈਂ ਕਿਹਾ ਉਹ ਤਾਂ ਬਿਲਕੁਲ ਭਰਦਾ ਕੱਟਿਆ ਗਿਆ ਵੀ ਜੋ ਸ਼ਾਇਦ ਨਾ ਪਤਾ ਨਹੀਂ ਬਰੀ ਹੋ ਗਿਆ ਬੰਦਾ ਸ਼ਾਇਦ। ਦੇਖੋ ਗੱਲ ਸੁਣੋ, ਇੱਕ ਮਿੰਟ। ਜੇ ਮੈਂ ਤੁਹਾਡੀ ਸੋਚ ਨੂੰ ਸਲੂਟ ਕਰਦਾ, ਜੇ ਤੁਹਾਡੇ ਵਰਗੀਆਂ ਰੂਹਾਂ ਸੋਚਦੀਆਂ ਨੇ ਨਾ, ਇਹ ਰੂਹਾਂ ਇਹੋ ਜਿਹੀਆਂ ਰੂਹਾਂ ਹੋਰ ਵੀ ਬੜੀਆਂ ਨੇ ਜਿੰਦੀ ਜਾਗਦੀ ਜ਼ਮੀਰ ਵਾਲੀਆਂ, ਵੀ ਰਣਜੀਤ ਦਿਆਲ ਵੀ ਹੈਗਾ ਸੀ ਇੱਕ, ਉਹਦਾ ਨਾਂ ਕਿਉਂ ਨਹੀਂ ਆਉਂਦਾ? ਤੇ ਫਿਰ ਉਹਦਾ ਨਾਂ ਕਿਤੇ ਮਿਟ ਨਹੀਂ ਸਕਦਾ। ਨਾ ਮਿਟ ਨਹੀਂ ਦਿਓ, ਜਾਗਦੇ ਰਹੋ ਬਸ। ਹਾਂਜੀ ਕੀ ਦੱਸਾਂ, ਨਾ ਜ਼ਿਕਰ ਚਾਵਲਾ ਸਾਹਿਬ ਆ ਹੀ ਗਿਆ, ਕਾਕਾ ਵੀਰ ਜੀ ਨੇ, ਤੇ ਹੁਣ ਵੀਰ ਜੀ ਦਾ ਆਇਆ ਨਾ ਆ ਹੀ ਗਿਆ, ਉਹਨਾਂ ਦਾ ਵੀ ਜਾਣ ਦਾ ਵੀ ਜ਼ਿਕਰ ਆ ਹੀ ਗਿਆ ਆਪਣੇ ਪ੍ਰੋਗਰਾਮ ਦੇ ਵਿੱਚ। ਚਾਵਲਾ ਸਾਹਿਬ
ਖਾਲੜਾ ਆਰਗੇਨਾਈਜੇਸ਼ਨ ਮਿਸ਼ਨ ਨੇ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਨੂੰ ਸਿੱਖ ਨਸਲਕੁਸ਼ੀ ਐਲਾਨਣ ਲਈ ਲਿਖਿਆ ਪੱਤਰ। ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੇ ਨੇ ਮੰਗ ਪੱਤਰ, ਕੀ ਕਹਿਣਾ ਚਾਹੋਗੇ? ਹਾਂ, ਇਹ ਖਾਲੜਾ ਆਰਗੇਨਾਈਜੇਸ਼ਨ ਜਿਹੜੇ ਚਾਵਲਾ ਸਾਹਿਬ ਇਸਨੇ ਯੂਐਨਓ ਨੂੰ ਲਿਖਿਆ ਪੱਤਰ ਇੱਕ ਕਿ ਉਹ ਐਲਾਨੇ ਕਿ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ ਉਹ ਸਿੱਖ ਨਸਲ ਕੁਸ਼ੀ ਸਿੱਖਾਂ ਦੀ ਨਸਲ ਨੂੰ ਖਤਮ ਕਰਨ ਦਾ ਇੱਕ ਤਰੀਕਾ ਸੀ ਕੇਂਦਰ ਸਰਕਾਰ ਵੱਲੋਂ, ਇਹ ਐਲਾਨਾ ਜਾਵੇ। ਤੇ ਇਹ ਪੱਤਰ ਲਿਖਿਆ ਉਹਨਾਂ ਨੇ ਕਰਨੈਲ ਸਿੰਘ ਪੰਜੋਲੀ ਵਰਗੇ ਬੰਦਿਆਂ ਨੇ ਤੇ ਹੋਰ ਕਈ ਜਿਹੜੇ ਕਿ ਪੰਜਾਬ ਦੇ ਸਿੱਖ ਆਗੂ ਹੈਗੇ, ਕੁਝ ਸੰਸਥਾਵਾਂ ਨੇ, ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪਿਆ ਪੱਤਰ ਤੇ ਉਹਨਾਂ ਨੇ ਵੀ ਕਹੀ ਆ ਕਿ ਇਹ ਸਿੱਖ ਨਸਲ ਕੁਸ਼ੀ ਐਲਾਨੀ ਜਾਵੇ। ਤੇ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਗਾਂਧੀ ਪਰਿਵਾਰ ਨੂੰ ਵੀ ਕੌਮ ਦਾ ਗੱਦਾਰ ਐਲਾਨਾ ਜਾਵੇ। ਗਾਂਧੀ ਪਰਿਵਾਰ, ਕਿਉਂਕਿ ਉਸਨੇ ਬੜੀ ਵੱਡੀ ਗਦਾਰੀ ਕੀਤੀ ਸੀਗੀ, ਕੌਮ ਦਾ ਗੱਦਾਰ ਦੇ ਤੌਰ ਤੇ ਕਿਹਾ ਜਾਵੇ ਗਾਂਧੀ ਪਰਿਵਾਰ। ਤੇ ਇਹ ਵੀ ਮੰਗ ਪੱਤਰ ਰੱਖਿਆ। ਨਾਲ ਇਹ ਵੀ ਨਾਲ ਕਰਨ ਦੇ ਵੀ ਗਾਂਧੀ ਪਰਿਵਾਰ ਨੂੰ ਉਕਸਾਉਣ ਵਾਲੇ ਅਡਵਾਨੀ ਨੂੰ ਵੀ ਗੱਦਾਰ ਕਿਹਾ ਜਾਵੇ, ਤਾਂ ਥੋੜਾ ਕੰਮ ਬੈਲੈਂਸ ਹੋ ਜਾਣਾ ਸੀਗਾ ਵਧੀਆ। ਸਿੱਖਾਂ ਦੇ ਜਿਹੜੀ ਹੈਗੀ ਨਾ ਸ਼੍ਰੋਮਣੀ ਅਕਾਲੀ ਦਲ ਦੇ ਇਹ ਬੰਦੇ ਹੈਗੇ ਆ, ਉਹ ਥੋੜਾ ਜਿਹਾ ਉਹਨਾਂ ਦੇ ਵਿੱਚ ਬੈਲੈਂਸ ਹੋ ਜਾਣਾ ਸੀ, ਕਿਉਂਕਿ ਜੇਕਰ ਅਡਵਾਨੀ ਦਾ ਨਾਂ ਆ ਜਾਵੇ ਨਾ, ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੇ ਲੈ ਲੈਣਾ ਨਾਂ ਅਡਵਾਨੀ ਦਾ ਵੀ, ਅਡਵਾਨੀ ਜ਼ਿੰਮੇਵਾਰ ਆ, ਭਾਜਪਾ ਵੀ ਜ਼ਿੰਮੇਵਾਰ ਹੈਗੀ ਆ ਦਰਬਾਰ ਸਾਹਿਬ ਤੇ ਅਟੈਕ ਕਰਾਉਣ ਲਈ, ਤਾਂ ਗੱਲ ਕੁਝ ਰਸਤੇ ਪੈ ਸਕਦੀ ਆ। ਕਿਉਂਕਿ ਪਹਿਲਾਂ ਤਾਂ ਚਲੋ ਦੋਸਤ ਸੀ, ਨੌ ਮਾਸ ਦਾ ਰਿਸ਼ਤਾ ਸੀਗਾ, 9 ਮਾਸ ਦਾ, ਤੇ ਹੁਣ ਤਾਂ ਨਹੀਂ ਅਜੇ ਅੰਦਰ ਖਾਤੇ ਭਾਈ, ਅਜੇ ਅੰਦਰ ਖਾਤੇ ਉਹ ਵੈਸੇ ਹੀ ਰੁੱਸੇ ਨੇ, ਉਹ ਵੈਸੇ ਹੀ ਮਤਲਬ ਰੁੱਸੇ ਨੇ। ਹੁਣ ਮੈਂ ਅੱਜ ਮਜ਼ਾਕ ਦੇ ਮੂਡ ਦੇ ਵਿੱਚ ਨਹੀਂ ਹੈ, ਕਿਉਂਕਿ ਅੱਜ ਸ਼ਹੀਦਾਂ ਦੀ ਗੱਲ ਹੋ ਰਹੀ ਹੈ। ਇਹ ਪਤੀ ਪਤਨੀ ਜਿਹੜੇ ਇੰਨੇ ਬੱਚੇ ਪੈਦਾ ਕਰਕੇ ਕਦੇ ਵੱਖ ਨਹੀਂ ਰਹਿ ਸਕਦੇ। ਬੱਚਿਆਂ ਨੇ ਇੱਕ ਦੂਜੇ ਨੂੰ ਮਿਲਣਾ ਹੀ ਹੁੰਦਾ ਵਾ, ਅੱਧੇ ਮਾਂ ਕੋ ਨੇ ਅੱਧੇ ਪਿਓ ਕੋ ਨੇ। ਆਹ ਕਿਤਾਬ ਦੇਖ ਲਓ, ਮਾਈ ਕੰਟਰੀ ਮਾਈ ਲਾਈਫ, ਆ ਸ਼ਰੇਆਮ ਲੀਕਾਂ ਮਾਰ ਕੇ ਰੱਖੀਆਂ ਨੇ ਅਗਲਿਆਂ ਨੇ, ਪ੍ਰੂਫ ਨੇ ਵੀ ਇੱਥੇ ਮੰਨਦਾ ਉਹ। ਆ ਜਿਹੜੀ ਕਿਤਾਬ ਛਪੀ ਆ, ਜੇ ਝੂਠ ਵਾ ਤੇ ਇਹ ਕਿਤਾਬ ਛਾਪਣ ਵਾਲਾ ਤੇ ਬੰਦਾ ਫੋਟੋ ਲਾਉਣ ਵਾਲਾ ਗੁਨਾਹਗਾਰ, ਛਾਪਣ ਵਾਲਾ ਵੀ ਤੇ ਲਿਖਣ ਵਾਲਾ ਵੀ। ਹੁਣ ਤੱਕ ਅਡਵਾਨੀ ਸਾਹਿਬ ਨੇ ਬਖਸ਼ਣਾ ਸੀਗਾ, ਕਿਉਂਕਿ ਸਰਦਾਰ ਜਸਬੀਰ ਸਿੰਘ ਪੱਟੀ ਖੁਦ ਕਹਿੰਦੇ ਨੇ ਕਿ ਮੈਂ ਸਵਾਲ ਪੁੱਛਿਆ ਤੇ ਜਵਾਬ ਨਹੀਂ ਸੀ, ਤਰੇਲੀ ਹੋ ਗਏ ਸਨ। ਪੁੱਛਣ ਵਾਲੇ ਹੈਗੇ ਨੇ, ਪੁੱਛਦੇ ਨੇ, ਪੁੱਛਣ ਵਾਲੇ ਹੈਗੇ, ਜੁਰਤ ਵਾਲੇ ਪੱਤਰਕਾਰ ਹੈਗੇ ਨੇ, ਬੋਲਣ ਵਾਲੇ ਵੀ ਹੈਗੇ ਨੇ। ਪਰ ਬੋਲੋ ਉਹ ਜੋ ਹੋਇਆ, ਸੱਚ ਬੋਲੋ, ਝੂਠ ਨਾ ਬੋਲੋ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਦਰਬਾਰ ਸਾਹਿਬ ਤੇ ਫੌਜੀ ਹਮਲਾ ਇੱਕ ਮੁਲਕ ਵੱਲੋਂ ਦੂਜੇ ਮੁਲਕ ਤੇ ਹਮਲਾ ਕਰਨ ਬਰਾਬਰ ਹੈ। ਇੱਕ ਵੀਡੀਓ ਹੈ ਜਨਾਬ ਦੀ, ਕੱਲ ਪਰਸੋਂ ਦਿਖਾਈ ਸੀਗੀ। ਇੱਕ ਪੱਤਰਕਾਰ ਪੁੱਛ ਰਿਹਾ ਸੀਗਾ ਕਿ 84 ਬਾਰੇ ਦੱਸੋ, ਉਹਨੂੰ ਟੁੱਟ ਕੇ ਪੈ ਰਹੇ ਸਨ। ਮੈਂ 1 ਘੰਟਾ ਬੋਲ ਕੇ 2 ਮਿੰਟ ਤੋਂ ਉਸ ਨੂੰ ਵੀ ਜਵਾਬ ਦੇ ਦੇ ਭਾਈ। ਤੈਂ ਤੇ ਤਖਤ ਦੇ ਉਸ ਜਗ੍ਹਾ ਤੇ ਬੈਠਾ ਜਿਸ ਦੇ ਮਾਲਕ ਨੇ ਇਸ ਤਖਤ ਨੂੰ ਬਣਾ ਕੇ ਇੱਥੇ ਇਨਸਾਫ ਵਾਸਤੇ ਤੇ ਤੁਹਾਡੇ ਕੋਲੋਂ ਸਵਾਲਾਂ ਦੇ ਜਵਾਬ ਲੈਣ ਵਾਸਤੇ ਕੌਮ ਵੱਲ ਇਸ਼ਾਰਾ ਕੀਤਾ ਸੀ ਕਿ ਜਦੋਂ ਕਿਤੇ ਲੋੜ ਪਵੇ ਇਹਨਾਂ ਕੋਲ ਪੁੱਛ ਗਿੱਛ ਲਿਓ, ਤੁਸੀਂ ਜਵਾਬ ਦਿਓ। ਤੇ ਅੱਜ ਤੁਸੀਂ ਇਹ ਬਿਆਨ ਦੇ ਰਹੇ ਹੋ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੋ ਕਹਿੰਦੇ ਨੇ ਕਿ ਦਰਬਾਰ ਸਾਹਿਬ ਤੇ ਫੌਜੀ ਹਮਲਾ ਇੱਕ ਮੁਲਕ ਵੱਲੋਂ ਦੂਜੇ ਮੁਲਕ ਤੇ ਹਮਲਾ ਕਰਨ ਬਰਾਬਰ ਹੈ। ਤੇ ਜਦੋਂ ਕੋਈ ਪੱਤਰਕਾਰ ਤੁਹਾਨੂੰ ਇਹਦੇ ਬਾਰੇ ਪੁੱਛਦਾ, ਤੁਸੀਂ ਉਹਦਾ ਹੱਥ ਚੁੱਕ ਕੇ ਪਰਾਂ ਮਾਰਦੇ। ਜਥੇਦਾਰ ਸਾਹਿਬ, ਸਾਨੂੰ ਸਮਝ ਨਹੀਂ ਆਈ। ਜਥੇਦਾਰ ਸਾਹਿਬ, ਤੁਹਾਡੀ ਕੀ ਕਹਿਣਾ ਚਾਹੋਗੇ? ਹਾਂ, ਚਾਵਲਾ ਸਾਹਿਬ ਦੇਖੋ, ਉਹਨੇ ਗੱਲ ਇਹ ਕਹੀ ਆ ਵੀ ਇੱਕ ਬੜੀ ਵੱਡੀ ਘਟਨਾ ਹੈਗੀ ਆ ਇਹ ਇਤਿਹਾਸ ਦੀ। ਜਿੱਦਾਂ ਇੱਕ ਮੁਲਕ ਤੇ ਦੂਜਾ ਮੁਲਕ ਹਮਲਾ ਕਰਦਾ ਤੇ ਬੜੀ ਕਰੂਰਤਾ ਭਰੇ ਲਹਿਜੇ ਨਾਲ ਕਰਦਾ ਹੈਗਾ, ਉਦਾਂ ਹੀ ਕੀਤਾ ਗਿਆ ਦਰਬਾਰ ਸਾਹਿਬ ਦੇ ਉੱਪਰ ਭਾਰਤ ਸਰਕਾਰ ਵੱਲੋਂ। ਤੇ ਇਹ ਜਥੇਦਾਰ ਸਾਹਿਬ ਨੇ ਕਿਹਾ। ਤੁਹਾਡੀ ਗੱਲ ਸਹੀ ਹੈ। ਕਰੋ ਸਵਾਲ ਜਵਾਬ ਦੇਣ ਦੀ ਗੱਲ ਜਿਹੜੀ ਹੁੰਦੀ ਆ, ਅਸਲ ਵਿੱਚ ਲੋਕਾਂ ਦੇ ਡਰ ਪਤਾ ਨਹੀਂ ਕਿਉਂ, ਜਿਹੜੇ ਵੱਡੇ ਉਹਦੇ ਤੇ ਬਹਿ ਜਾਂਦੇ ਆ ਨਾ, ਉਹਨਾਂ ਨੂੰ ਡਰ ਪਤਾ ਨਹੀਂ ਕੀ ਹੁੰਦਾ। ਸਵਾਲ ਜਵਾਬ ਦੇਣ ਤੋਂ, ਸਵਾਲ ਕਰਨ ਤੋਂ ਡਰਦੇ ਕਿਉਂ ਨੇ ਉਹ ਜਵਾਬ ਦੇਣ ਤੋਂ। ਤੇ ਇਹ ਪਤਾ ਨਹੀਂ ਕਿਉਂ ਹੋ ਜਾਂਦਾ ਕਿ ਕੀ ਇਹਨਾਂ ਦੇ ਇੰਨਾ ਕੀ ਖਨਾਮੀਆਂ ਹੋ ਜਾਂਦੀਆਂ ਨੇ, ਕੀ ਗਲਤੀਆਂ ਕਰਦੇ ਨੇ ਲੋਕ, ਇਹ ਕੀ ਇਹਨਾਂ ਤੋਂ ਮਾੜਾ ਹੋ ਜਾਂਦਾ ਹੈ ਕਿ ਇਹ ਲੋਕ ਜਵਾਬ ਦੇਣ ਨੂੰ ਤਿਆਰ ਨਹੀਂ ਹੁੰਦੇ। ਇਹ ਵੀ ਸਮਝ ਨਹੀਂ ਆਉਂਦੀ ਗੱਲ। ਕੋਈ ਗਲਤ ਜਗ੍ਹਾ ਤੇ ਬੈਠੇ ਨੇ ਉਹ, ਕੀ ਉਹ ਗਲਤ ਬੰਦਾ ਹੈਗਾ, ਕੀ ਉਸ ਤੋਂ ਕੋਈ ਵੱਡੀ ਗਲਤੀ ਹੋ ਗਈ ਆ ਕਿ ਕੋਈ ਪੱਤਰਕਾਰ ਨੂੰ ਘੇਰ ਲਏਗਾ ਤੇ ਉਹਦੀ ਗਲਤੀ ਉਜਾਗਰ ਹੋ ਜਾਣੀ ਹੈ। ਕੀ ਇਹ ਏਦਾਂ ਹੋ ਗਿਆ? ਕਿਉਂ ਏਦਾਂ ਲੋਕ ਭੱਜਦੇ ਆ ਸਵਾਲ ਜਵਾਬ? ਬਹੁਤ ਸਾਰੇ ਲੋਕ ਭੱਜਦੇ ਆ। ਮੋਦੀ ਜੀ ਨੇ ਤਾਂ ਅੱਜ ਤੱਕ ਪੱਤਰਕਾਰਾਂ ਨੂੰ ਸਵੇਲੇ ਨਹੀਂ ਕੀਤਾ 7 ਸਾਲਾਂ ਦੇ ਵਿੱਚ, ਉਹ ਵੀ ਬੜੇ ਭੱਜਦੇ ਆ। ਪਤਾ ਨਹੀਂ ਕਿ ਮੋਦੀ ਜੀ ਵੱਲੋਂ ਕੀ ਗਲਤੀਆਂ ਹੋਈਆਂ ਨੇ, ਇਹ ਭੱਜਦੇ ਆ ਚਾਵਲਾ ਸਾਹਿਬ ਇਹ ਲੋਕ ਨਾ। ਤੇ ਬਾਕੀ ਜਥੇਦਾਰ ਸਾਹਿਬ ਵੱਲੋਂ ਇਹ ਜਿਹੜਾ ਬਿਆਨ ਹੈਗਾ ਇੱਕ ਮੁਲਕ ਤੇ ਦੂਜੇ ਮੁਲਕ ਤੇ ਹਮਲਾ ਕਰਨ ਬਰਾਬਰ ਸੀਗਾ, ਇਹ ਵਾਜਬ ਹੈ, ਇਹ ਠੀਕ ਹੈ ਗੱਲ। ਉਦਾਂ ਹੀ ਕੀਤਾ ਗਿਆ ਦਰਬਾਰ ਸਾਹਿਬ ਤੇ। ਚਲੋ ਸਰ,
ਮੋਦੀ ਸਾਹਿਬ ਦੀਆਂ ਇੱਕ ਦੋ ਇੰਟਰਵਿਊ ਜਿਹੜੀਆਂ ਨੇ ਵਿੱਚ ਇਹ ਬੰਦ ਵੀ ਤਾਂ ਹੋਈਆਂ ਨੇ ਨਾ, ਮਾਈਕ ਲਾ ਕੇ ਤੇ ਕੈਮਰੇ ਨੂੰ ਕਿ ਆਪਣੀ ਦੋਸਤੀ ਬਣੀ ਰਹੇ। ਵੀਡੀਓ ਵੇਖੀ ਹੋਣੀ ਹੈ ਤੁਸੀਂ, ਜਦੋਂ ਪੱਤਰਕਾਰ ਸਵਾਲ ਪੁੱਛਦੇ ਨੇ ਨਾ ਤੇ ਫਿਰ ਸਾਹਮਣੇ ਟੈਲੀਪ੍ਰੋਂਪਟਰ ਨਹੀਂ ਰੱਖਣ ਦਿੰਦੇ। ਜਿਹੜੇ ਵੱਡੀਆਂ ਜਿਹੜੀਆਂ ਅਦਾਰਿਆਂ ਦੇ ਪੱਤਰਕਾਰ ਨੇ ਉਹ ਟੈਲੀਪ੍ਰੋਂਪਟਰ ਨਹੀਂ ਰੱਖਣ ਦਿੰਦੇ ਸਾਹਮਣੇ ਵੀ ਉਧਰ ਵੇਖ ਕੇ ਤੇ ਬੋਲੀ ਚੱਲੇ ਜਵਾਬ ਅਗਲੇ। ਹਾਂਜੀ, ਉਹ ਫਿਰ ਉਹ ਨਹੀਂ ਗੇ ਜਿਹੜੇ ਪੱਤਰਕਾਰ ਸਵਾਲ ਪੁੱਛਦੇ ਨੇ, ਜਿਹੜੇ ਆਉਂਦੇ ਨੇ ਸਿੱਧੇ ਸਵਾਲ ਪੁੱਛਦੇ ਨੇ ਉਹ। ਖੈਰ ਆਈ ਵੇ ਆਪਾਂ ਅਗਲੀ ਕਾਲ ਤੇ ਚੱਲਦੇ ਹਾਂ ਜੀ। ਵੈਲਕਮ ਜੀ। ਹਾਂਜੀ, ਸਤਿ ਸ੍ਰੀ ਅਕਾਲ। ਸਵਾਲ ਪੁੱਛਦੇ ਨੇ ਜਿਹੜੇ ਆਉਂਦੇ ਨੇ ਸਿੱਧੇ ਸਵਾਲ ਪੁੱਛਦੇ ਨੇ ਉਹ। ਖੈਰ ਆਈ ਵੇ ਆਪਾਂ ਅਗਲੀ ਕਾਲ ਤੇ ਚੱਲਦੇ ਹਾਂ ਜੀ। ਵੈਲਕਮ ਜੀ। ਹਾਂਜੀ, ਸਤਿ ਸ੍ਰੀ ਅਕਾਲ ਦਰਬਾਰ ਜੀ ਤੇ ਗੁਰਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ। ਅੱਜ ਦਾ ਜਿਹੜਾ ਦਿਨ ਆ ਉਹ ਤਾਂ ਅਸੀਂ ਹਮੇਸ਼ਾ ਹੀ ਯਾਦ ਕਰਾਂਗੇ ਤੇ ਕਰਦੇ ਰਹਾਂਗੇ। ਇਹ ਜਦੋਂ ਰਾਹ ਹੈ ਹੀ ਨਹੀਂ, ਇਹਦੇ 'ਚ ਇੱਕੋ ਹੀ ਰਾਹ ਆ ਕਿ ਦਰਬਾਰ ਸਾਹਿਬ ਤੇ ਜਿਹੜਾ ਇਸ ਤਰ੍ਹਾਂ ਹੋਣਾ, ਇਹ ਸਾਡੇ ਸਾਰੇ ਸਿੱਖਾਂ ਲਈ ਦੁਖਦਾਈ ਘਟਨਾ ਘਟਨਾ ਕਹਿ ਲਓ, ਚਾਹੇ ਤੁਸੀਂ ਇਹ ਸਮਝ ਲਓ ਵੀ ਇਹ ਇਤਿਹਾਸਿਕ ਘਟਨਾ ਆ। ਵੱਡਾ ਘੱਲੂਘਾਰ ਆ ਜੀ, ਵੱਡਾ ਘੱਲੂਘਾਰ ਆ। ਅੱਛਾ, ਇਹਦੇ 'ਚ ਮੈਂ ਦੋ ਚੀਜ਼ਾਂ ਮੈਨੂੰ ਯਾਦ ਆ। ਜਿਸ ਵੇਲੇ ਦਰਬਾਰ ਸਾਹਿਬ ਦਾ ਉਹਨਾਂ ਨੇ 1-2 ਦਿਨਾਂ ਬਾਅਦ ਦਰਬਾਰ ਸਾਹਿਬ ਖੋਲ੍ਹਿਆ ਤੇ ਅਸੀਂ ਤੇ ਮੈਂ ਤੇ ਮੇਰੇ 2-3 ਫਰੈਂਡ ਅਸੀਂ ਚਲੇ ਗਏ ਦਰਬਾਰ ਸਾਹਿਬ। ਅਸੀਂ ਪਹਿਲੇ ਗਰੁੱਪ ਦੇ ਵਿੱਚੋਂ ਸੀ। ਜਦੋਂ ਖੋਲ੍ਹਿਆ ਅੰਦਰ ਜਾਣ ਲਈ ਪਰਮਿਸ਼ਨ ਦਿੱਤੀ ਸਾਡੀ, ਉਹ ਫੌਜ ਨੇ ਤਲਾਸ਼ੀ ਵਗੈਰਾ ਲੈ ਲਓ ਕੇ ਪੁੱਛ ਕੇ ਤੁਸੀਂ ਕਿੱਥੋਂ ਆਏ ਹੋ ਵਾਟ ਐਵਰ। ਪਰ ਸਾਡੇ ਘਰ ਵਾਲੇ ਤਾਂ ਸਾਰੇ ਕਹਿੰਦੇ ਸੀ ਵੀ ਜਾਓ ਨਾ, ਹਾਲੇ ਕਾਫੀ ਆਰਮੀ ਦਾ ਜ਼ੋਰ ਆ ਉੱਥੇ। ਤੇ ਪਰ ਅਸੀਂ ਕਿਹਾ ਨਹੀਂ, ਅਸੀਂ ਜਾਣਾ ਲਾਜ਼ਮੀ। ਤੇ ਅਸੀਂ 3-4 ਫਰੈਂਡ ਇਕੱਠੇ ਹੋ ਕੇ ਚਲੇ ਗਏ। ਤੇ ਉਹ ਫਿਰ ਜਦੋਂ ਹਰ ਪਾਸੇ ਅਸੀਂ ਕਾਫੀ ਲੰਮਾ ਟਾਈਮ ਹਰਿਮੰਦਰ ਸਾਹਿਬ ਦੇ ਅੰਦਰ ਗੁਜ਼ਾਰਿਆ। ਤੇ ਜਿਸ ਵੇਲੇ ਅਸੀਂ ਹਰਿਮੰਦਰ ਸਾਹਿਬ ਦੀ ਜਿਹੜੀ ਮੈਨੂੰ ਲੱਗਦਾ ਚੁਬਾਰੇ ਤੇ ਉੱਥੇ ਜਿਹੜੀ ਬੀਟ ਸੀ ਨਾ, ਮੈਨੂੰ ਲੱਗਦਾ ਉਹ ਜਿਹੜੀ ਬੀਟ ਦੀ ਹੁਣ ਇਹ ਗੱਲ ਕਰ ਰਹੇ ਨੇ 37 ਸਾਲਾਂ ਬਾਅਦ, ਉਹ ਬੀਟ ਸਾਹਿਬ ਮੈਨੂੰ ਲੱਗਦਾ ਉੱਥੇ ਸੀ ਉੱਪਰ ਚੁਬਾਰੇ ਦੇ ਉੱਤੇ। ਤੇ ਉਹ ਉੱਥੇ ਕੋਈ ਗਿਆਨੀ ਸੀ, ਉਹ ਦਿਖਾ ਰਹੇ ਸੀ ਉਸ ਵੇਲੇ ਵੀ ਦੇਖੋ ਇੱਥੇ ਗੋਲੀ ਲੱਗੀ ਆ। ਤੇ ਮੈਂ ਉਹ ਇਹਨਾਂ ਤੋਂ ਪੁੱਛਣਾ ਚਾਹੁੰਦਾ ਕੈਦਾ ਸਾਹਿਬ ਤੋਂ ਕਿ ਵੀ ਇਹਨਾਂ ਨੂੰ ਪਤਾ ਵੀ ਜਿਹੜੀ ਬੀਟ ਸਾਹਿਬ ਦੇ ਦਰਸ਼ਨ ਕਰਾ ਰਹੇ ਨੇ ਅੱਜ ਕੱਲ, ਉਹ ਕਿੱਥੇ ਸੀ? ਮਤਲਬ ਉਹਨਾਂ ਨੇ ਦੱਸਿਆ ਵੀ ਇਹ ਕਿੱਥੇ ਸਰਸੋਵਤ ਸੀ ਤੇ ਇਹ ਕਿਸ ਤਰ੍ਹਾਂ ਹੋਇਆ ਸੀ? ਇਹ ਪੱਟੀ ਸਾਹਿਬ ਕੋਲ ਲੈ ਲਾਂਗੇ ਆਪਾਂ ਜਾਣਕਾਰੀ, ਉਹਨਾਂ ਨੂੰ ਜ਼ਿਆਦਾ ਜਾਣਕਾਰੀ ਹੋਣੀ ਹੈ। ਬਾਕੀ ਮੈਂ ਥੋੜਾ ਜਿਹਾ ਤੁਹਾਨੂੰ ਕਰੈਕਟ ਕਰਦਾ ਜੀ, ਇਫ ਯੂ ਡੋਂਟ ਮਾਈਂਡ। ਨਾ ਕਰੋ ਜਰੂਰ। ਤੁਸੀਂ 2-3 ਦਿਨ ਬਾਅਦ ਕਿਹਾ ਕਿ ਦਰਬਾਰ ਸਾਹਿਬ ਦੇ 2-3 ਦਿਨ ਬਾਅਦ, ਹਨਾ? ਨਹੀਂ, 2 ਹਫ਼ਤੇ, ਕਿਉਂਕਿ 1.5-2 ਹਫ਼ਤੇ ਤੋਂ ਉਹਨੂੰ ਉੱਥੇ ਜਿਹੜਾ ਬਦਬੂ ਸੀਗੀ, ਇੰਨੀਆਂ ਲਾਸ਼ਾਂ ਸੀ, ਉਹਨਾਂ ਨੂੰ ਸਰੋਵਰ ਨੂੰ, ਤੇ ਦੂਜੀ ਜਿਹੜੀ ਟੈਂਕ ਸੀਗਾ, ਇੱਕ ਟੈਂਕ ਤੇ ਮੈਂ ਵੀ ਦੇਖਿਆ ਆਪਣੀਆਂ ਅੱਖਾਂ ਦੇ ਨਾਲ। ਤੁਹਾਡੀ ਗੱਲ ਵਾਜਬ ਹੋ, ਓਕੇ, ਇਸ ਕਰਕੇ ਮੈਂ ਇਸ ਕਰਕੇ ਕਿਹਾ ਕਿ ਮੇਰੇ ਦਿਮਾਗ ਤੇ ਜਿਹੜੀ ਗੱਲ ਬੈਠੀ ਆ ਨਾ, ਮੈਂ ਉਹੀ ਆ ਵੀ ਜਦੋਂ ਖੋਲਿਆ ਅਸੀਂ ਉਹ ਪਹਿਲੇ ਗਰੁੱਪ ਦੇ ਵਿੱਚ ਸੀ ਜਾਣ ਵਾਲੇ। ਉਹ ਹਾਂ, ਤੁਸੀਂ ਠੀਕ ਹੋ, ਬਿਲਕੁਲ ਪੁਣ ਕੇ ਜਾਣ ਦਿੰਦੇ ਸੀ ਅਜੇ। ਬਿਲਕੁਲ ਮੈਂ ਵੀ ਦਰਸ਼ਨ ਕਰਕੇ ਆਇਆ ਸੀਗਾ, ਕਿਉਂਕਿ ਉਸ ਵਕਤ ਬਿਲਕੁਲ ਸਹੀ ਮੈਨੂੰ ਲੱਗ ਰਹੀ, ਕਿਉਂਕਿ ਉਹ ਗਿਆਨੀ ਜਾਇਜ਼ ਸੀ ਤੇ ਇੰਦਰਾ ਗਾਂਧੀ ਆਏ ਸੀ ਦੂਜੇ ਦਿਨ। ਹਾਂ, ਜਦੋਂ ਉਹ ਤੋਂ ਬਾਅਦ ਫਿਰ ਇਹਨਾਂ ਨੇ ਸਾਫ਼ ਸਫਾਈ ਕਰਕੇ ਤੇ ਬਾਅਦ ਦੇ ਵਿੱਚ ਫਿਰ ਦਰਬਾਰ ਸਾਹਿਬ ਦੇ ਵਿੱਚ ਜਾਣ ਦੀ ਪਰਮਿਸ਼ਨ ਦਿੱਤੀ ਸੀ। ਜਦੋਂ ਵੀ ਉਹ ਬਿਲਕੁਲ ਤੁਹਾਡੀ ਗੱਲ ਮੈਨੂੰ ਲੱਗਦਾ ਜ਼ਿਆਦਾ ਵਾਜਬ ਆ, ਮੇਰੀ ਮਿਸਟੇਕ ਹੈ ਇੱਥੇ। ਜੀ, ਮੈਂ ਇਸ ਕਰਕੇ ਕਲੀਅਰ ਕੀਤਾ ਕਿ ਤੁਸੀਂ ਬਹੁਤ ਪਾਏਦਾਰ ਗੱਲਾਂ ਕਰਦੇ ਹੋ ਤੇ ਇਸ ਪ੍ਰੋਗਰਾਮ ਨੂੰ ਰਿਪੀਟ ਹੁੰਦਿਆਂ ਬਹੁਤ ਸਾਰੇ ਮੈਨੂੰ ਕੋਈ ਸਹੀ ਗੱਲ ਕਰੇ, ਮੈਂ ਤਾਂ ਉਹਨੂੰ ਬਿਲਕੁਲ ਹਾਜ਼ਰ ਨਾਜ਼ਰ ਸਮਝ ਕੇ ਉਹਨੂੰ ਕਬੂਲ ਕਰਦਾ। ਇਹ ਤੇ ਮੈਂ ਮੇਰਾ ਵੀ ਉਹ ਤੁਹਾਡਾ ਹੀ ਪਾਲਿਸੀ ਆ ਕਿ ਕਿਸੇ ਨਾਲ ਸਾਡੀ ਨਾ ਮਿੱਤਰਤਾ ਨਾ ਬੈਰ ਆ, ਜਿਹੜੀ ਸੱਚਾਈ ਆ ਉਹ ਬੋਲੀ ਜਾਵੇ। ਬਿਲਕੁਲ, ਮੈਂ ਜਦੋਂ ਹਿਸਟਰੀ ਦੀ ਗੱਲ ਕਰਦੇ ਇਸ ਕਰਕੇ ਮੈਂ ਤੁਹਾਨੂੰ ਕਿਹਾ ਕਿ ਸਾਡੇ ਸਰੋਤੇ ਦਰਸ਼ਕ ਵਰਲਡ ਵਾਈਡ ਸੁਣਨਾ, ਉਹਨੇ ਕਹਿਣਾ ਜੀ ਇਹੋ ਜਿਹਾ ਹੋਸਟ, ਉਹੋ ਜਿਹੇ ਬੋਲਣ ਵਾਲੇ, ਉਹੋ ਜਿਹੇ ਕੀਦਾ ਸਾਹਿਬ। ਨਹੀਂ ਇਹ ਬਿਲਕੁਲ ਨਹੀਂ ਠੀਕ ਆ। ਤੇ ਉਹ ਮੈਂ ਉਸ ਵੇਲੇ ਨਾ ਜਿਹੜੀਆਂ ਉੱਪਰ ਗੋਲੀਆਂ ਦੀ ਗੱਲ ਹੁੰਦੀ ਹੈ ਵੀ ਦਰਬਾਰ ਸਾਹਿਬ ਦੇ ਉੱਪਰ ਗੋਲੀਆਂ ਲੱਗੀਆਂ, ਅਸੀਂ ਉਹ ਵੀ ਅਕਾਊਂਟ ਕੀਤੀਆਂ ਸੀ ਆਲੇ ਦੁਆਲੇ ਜਾ ਕੇ। ਤੇ ਉਹ ਮੈਨੂੰ ਹੁਣ ਯਾਦ ਨਹੀਂ, ਰਫਲੀ 18-20 ਦੇ ਗੇੜ ਦੇ ਵਿੱਚ ਸੀ। ਕੋਈ ਕੁਛ ਕਹਿੰਦਾ ਸੀ, ਕੋਈ ਕੁਛ ਕਹਿੰਦਾ ਸੀ। ਨਹੀਂ, ਗੋਲੀਆਂ ਤਾਂ ਜ਼ਿਆਦੀਆਂ ਲੱਗੀਆਂ ਸੀਗੀਆਂ, ਪਰ ਇਹਨਾਂ ਨੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਉਹ ਜਿੱਦਾਂ ਬਾਅਦ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਜੇ ਵੇਖੋ ਨਾ ਕਿ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਅੰਧਾ ਧੁੰਦ ਗੋਲੀ ਚੱਲੀ, ਗੋਲੀਆਂ ਉੱਤੇ ਤੁਸੀਂ ਥੱਲੇ ਰਹੇ ਹੋਣਗੇ, ਉੱਤੇ ਤੁਸੀਂ ਗਏ ਨਹੀਂ, ਜਿਹੜੇ ਗੁੰਬਦ ਵਾਲੇ ਪਾਸੇ ਨੂੰ ਦੂਜੇ ਤੀਜੇ, ਹਨਾ? ਨਿਸ਼ਾਨ ਤਾਂ ਕਾਫੀ ਵੱਡੇ ਸੀ ਜਿੱਥੇ ਆਪਣੇ ਸਾਰੇ ਲਗਾਇਓ ਸੀ ਮੋਰਚੇ ਵਗੈਰਾ ਅੰਦਰ। ਉਹਨਾਂ ਨੇ ਉਹ ਜਿੱਦਾਂ
ਉਹ ਹਾਂਜੀ। ਆਪਣੀਆਂ ਸਾਰੀਆਂ ਬੋਰੀਆਂ ਬਾਰੀਆਂ ਰੱਖੀਆਂ ਸੀ, ਉਹ ਸਾਰਾ ਕੁਝ ਅਸੀਂ ਦੇਖਿਆ। ਜੀ ਚਲੋ ਮਿਹਰਬਾਨੀ ਜੀ। ਕੁਝ ਤੇ- ਹੋਰ ਕਹਿਣਾ ਚਾਹੁੰਦੇ ਤੁਸੀਂ? ਹਾਂਜੀ, ਉਹ ਇੱਕ ਗੱਲ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਖੁਸ਼ਵੰਤ ਸਿੰਘ ਪੱਤਰਕਾਰ ਸੀ, ਉਸਨੇ ਇੰਦਰਾ ਗਾਂਧੀ ਨੂੰ ਕਿਹਾ ਸੀ ਵੀ ਤੂੰ ਇਹ ਕੰਮ ਨਾ ਕਰੀ, ਤੇ ਉਹ ਕਿਉਂਕਿ ਉਹਦੀ ਕਾਫੀ ਉਹਦੇ ਨਾਲ ਗੱਲਬਾਤ ਸੀ, ਇੰਦਰਾ ਗਾਂਧੀ ਉਹਨੂੰ ਪੁੱਛਦੀ ਰਹਿੰਦੀ ਸੀ ਹਰ ਵੇਲੇ। ਇੱਕ ਟਾਈਮ ਦੇ ਵਿੱਚ ਜਦੋਂ ਉਹਨੂੰ ਪਤਾ ਲੱਗਿਆ ਵੀ ਐਕਸ਼ਨ ਹੋ ਗਿਆ, ਉਸਨੇ ਫੋਨ ਕਰਕੇ ਖੁਸ਼ਵੰਤ ਸਿੰਘ ਨੇ ਉਹਨੂੰ ਕਾਫੀ ਝਾੜ ਪਾਈ ਸੀ ਤੇ ਕਿਹਾ ਸੀ ਬਹੁਤ ਬਲੰਡਰ ਕੀਤਾ, ਇਹਦਾ ਤੈਨੂੰ ਝਾੜ ਬਹੁਤ ਵੱਡਾ- ਪਾਉਣ ਦੀ ਤਾਂ ਹਿੰਮਤ ਕਿਸੇ ਦੀ ਹੈ ਨਹੀਂ ਇੰਦਰਾ ਗਾਂਧੀ ਨੂੰ। ਇਹ ਤਾਂ ਉਹਦੇ ਚਿਮਚੇ ਸੀ, ਇਹ ਤਾਂ ਪਿਆਕੜ ਬੰਦਾ, ਕਿੱਥੇ ਝਾੜ ਪਾਉਣੀ ਸੀਗੀ? ਪਰ ਉਦਾਂ ਇਹ ਕਿਤੇ ਵੀ ਕਿਹਾ ਹੋਊਗਾ ਕਿ ਜਿਹੜੀ ਮੈਡਮ ਜੀ ਜਿਹੜੀ ਮੈਡਮ ਜੀ ਮੈਡਮ ਜੀ ਕਹਿ ਕਹਿ ਕੇ ਬੋਲਣ ਵਾਲੇ ਬੰਦੇ ਯਾਰ ਕਿੱਥੇ? ਉਹ ਤਾਂ ਉਸ ਵਕਤ ਦਾ ਰਾਸ਼ਟਰਪਤੀ ਨਹੀਂ ਉਹਨੂੰ ਝਾੜ ਪਾ ਸਕਿਆ। ਤੇ ਆ ਜਿਹੜਾ ਜੋਕ ਮਾਸਟਰ ਜਿਹਨੂੰ ਮੈਂ ਕਹਿੰਦਾ ਸਿਰੇ ਦਾ ਨਕਮਾ, ਹਾਂਜੀ, ਉਹਦੀ ਕਿਤੇ ਪੜ੍ਹੀ ਹੈ ਤੁਸੀਂ ਕਿਤਾਬ? ਚਲੋ ਠੀਕ ਸਿੱਖ ਹਿਸਟਰੀ ਲਿਖੀ ਉਹਨੇ ਬੜੀ ਸੋਹਣੀ। ਪੜ੍ਹੀ, ਮੈਂ ਉਹਦੀ ਇੰਟਰਵਿਊ ਦੇਖੀ ਸੀ। ਉਹਦੀ ਕੀ ਜ਼ਰੂਰਤ ਸੀਗੀ ਕਿ ਮੈਂ ਝਾੜ ਪਾ ਦੇ ਇੰਦਰਾ ਗਾਂਧੀ ਨੂੰ? ਹਾਂਜੀ, ਮੈਂ ਝਾੜ ਪਾਈ ਇੰਦਰਾ ਗਾਂਧੀ ਨੂੰ। ਉਹ ਤੇ ਮਤਲਬ ਉਹਦੇ ਅੱਗੇ ਤੇ ਉਹ ਏਡਾ ਉਹਨੂੰ ਜਦੋਂ ਮਤਲਬ ਉਹਦੇ ਕੋਲ ਮਾਣ ਤਾਣ ਸੀਗਾ, ਉਹਨੂੰ ਨਹੀਂ ਸੀ ਪਤਾ ਕਿ ਬਈ ਮੈਂ ਕਿਹਨੂੰ ਮਤਲਬ ਕਿਹਦੇ ਨਾਲ ਪੰਗਾ ਲੈਣ ਲੱਗੀ, ਕਿਹੜੀ ਕੌਮ ਨਾਲ ਪੰਗਾ ਲੈਣ ਲੱਗੀ। ਝਾੜ ਪਾਉਣ ਵਾਲੀ ਗੱਲ ਤੇ ਮੈਂ ਤੁਹਾਡੇ ਨਾਲ ਇੰਦਰਾ ਸਹਿਮਤ ਗਾਂਧੀ ਨੂੰ ਪਤਾ ਸੀ, ਇਹ ਤਾਂ ਗੱਲ ਸਾਬਤ ਹੋ ਰਹੀ ਆ ਕਿ ਪਤਾ ਸੀ, ਪਰ ਉਹ ਤੇ ਪ੍ਰੈਸ਼ਰਾਈਜ਼ ਉਹਨੂੰ ਇੰਨਾ ਕਰ ਦਿੱਤਾ ਆਲੇ ਦੁਆਲੇ ਕਿ ਉਹ ਇਸ ਗੱਲ ਦੇ ਉੱਤੇ ਸਹਿਮਤ ਹੋ ਗਈ ਕਰਨ ਲਈ। ਜੀ ਆ ਝਾੜ ਪਾਉਣ ਵਾਲੀ ਤੇ ਉਹ ਵੀ ਕਿਹਦੀ ਗੱਲ ਕਰਦੇ ਹੋ ਤੁਸੀਂ? ਚਲੋ ਐਨੀਵੇ, ਮਿਹਰਬਾਨੀ ਜੀ, ਥੈਂਕ ਯੂ। ਕਿਉਂ ਕੀਤਾ ਸਾਹਿਬ? ਖੁਸ਼ਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਝਾੜ ਪਾਈ। ਕਿਆ ਕਰਨੀ ਪਾਸ ਸੀਗਾ ਹੈ? ਖੁਸ਼ਵੰਤ ਸਿੰਘ ਦੀ ਜਿਹੜੀ ਕੀ ਵੈਲਿਊ ਸੀ? ਖੁਸ਼ਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਝਾੜ ਪਾਈ, ਜਿਹੜਾ ਉੱਠਦਿਆਂ ਬੈਠਦੇ ਪੈਗ ਤੋਂ ਸਿਵਾਏ ਗੱਲ ਹੀ ਕੋਈ ਨਹੀਂ ਕਰਦਾ ਤੇ ਸਿੱਖੀ ਦੇ ਤੇ ਖੁਦ ਜੋਗ ਬਣਾਉਂਦਾ। ਕਿਆ ਬਾਤ। ਚਲੋ ਗਲੋਂ ਨਹੀਂ ਉਤਰੀ ਕਿਉਂਕਿ ਕਿਤਾਬਾਂ ਕਤੂਬਾਂ ਪੜ੍ਹਦੇ ਰਹੀਦਾ ਹੈ ਕਰਕੇ ਮੂੰਹ ਚੋਂ ਨਿਕਲ ਜਾਂਦਾ। ਹਾਂ, ਲਿਖਿਆ ਉਹਨੇ ਬਹੁਤ ਸੋਹਣਾ ਕੁਝ, ਜੇ ਇਤਿਹਾਸ ਬਾਰੇ ਲਿਖਿਆ ਤੇ ਸੋਹਣਾ ਵੀ ਲਿਖਿਆ ਕਹਿ ਸਕਦੇ ਹਾਂ। ਹਾਂਜੀ, ਵੈਲਕਮ ਜੀ। ਹਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਆਪਣੇ ਪਰਸੋਂ ਕਾਲ ਸੀਗੀ ਕਿ ਅਸੀਂ ਉਸ ਟਾਈਮ ਕਹਿੰਦੇ ਅੰਮ੍ਰਿਤਸਰ ਜਦੋਂ ਅਟੈਕ ਹੋਇਆ ਤੇ ਅਸੀਂ ਕਹਿੰਦੇ ਅੰਦਰ ਸੀਗੇ, ਤੇ ਉਹਨਾਂ ਤੁਸੀਂ ਇੰਟਰਵਿਊ ਕੋਈ ਲੈਣੀ ਸੀ ਜਾਂ ਬਾਅਦ ਕੋਈ ਆਇਆ ਉਹਨਾਂ ਦਾ ਪ੍ਰਤੀ? ਵੀਰ ਜੀ, ਉਹਨਾਂ ਦਾ ਈਮੇਲ ਆਇਆ ਸੀ, ਫੋਨ ਨੰਬਰ ਵੀ ਆਇਆ ਸੀ। ਅਸੀਂ ਉਹਨਾਂ ਨੂੰ ਸ਼ਾਮ ਨੂੰ ਫੋਨ ਕੀਤਾ, ਦੁਪਹਿਰੇ ਉਹਨਾਂ ਨਾਲ ਗੱਲ ਈਮੇਲ ਦੇ ਰਾਹੀਂ ਗੱਲਬਾਤ ਹੋਈ। ਇੱਥੋਂ 8:30 ਵਜੇ ਅਸੀਂ ਉਹਨਾਂ ਨੂੰ ਕਾਲ ਕੀਤੀ, ਲਿੰਕ ਭੇਜਿਆ। ਹੁਣ ਤਾਂ ਲਿੰਕ ਭੇਜਿਆ ਟਾਈਮ ਤੇ ਸਾਡੇ ਕੋਲ ਹੋ ਸਕਦਾ ਨਾ, ਜਦੋਂ ਸਾਡੇ ਕੰਪਿਊਟਰ ਨਾਲ ਲਿੰਕ ਭੇਜਿਆ ਉਹਨਾਂ ਨੂੰ, ਅਸੀਂ ਫੋਨ ਕੀਤਾ ਤੇ ਜਵਾਨ ਜੀ ਕਹਿੰਦੇ ਵੀ ਅਸੀਂ ਤੇ ਕਿਤੇ ਬੈਠੇ ਹਾਂ ਜੀ ਹੁਣ। ਅੱਛਾ। ਹੁਣ ਸਾਡਾ ਕਸੂਰ ਕੋਈ ਨਹੀਂ ਵੀਰ ਜੀ, ਮੈਂ ਹੱਥ ਜੋੜ ਕੇ ਮਾਫੀ ਮੰਗਦਾ। ਫਿਰ ਮੈਂ ਗੱਲ ਨੂੰ ਉੱਥੇ ਹੀ ਦੱਬੀ ਰਹਿ ਦਿੱਤੀ। ਮੈਂ ਇਸ ਚੀਜ਼ ਦਾ ਧਾਰਨੀ ਆ ਕਿ ਗੱਲਾਂ ਕਰਨ ਸਿਖਾਲੀਆਂ ਤੇ ਔਖੇ ਪਾਲਣੇ ਬੋਲ। ਮਾਈਕ ਤੇ ਬਹਿ ਕੇ ਟੈਲੀਵਿਜ਼ਨ ਦੇ ਸਾਹਮਣੇ ਕਿਤੇ ਸਾਡੇ ਵਰਗਾ ਸਿਰ ਫਿਰਿਆ ਹੀ ਗੱਲਾਂ ਕਰ ਸਕਦਾ, ਜਦੋਂ ਕੈਮਰੇ ਦੇ ਮੂਹਰੇ ਆ ਕੇ ਬੋਲਣਾ ਹੁੰਦਾ ਨਾ, ਉਹ ਲੱਤਾਂ ਬੜੀਆਂ ਕੰਬਦੀਆਂ ਜੀ। ਬਿਲਕੁਲ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਜੀ। ਧੰਨਵਾਦ ਤੁਹਾਡਾ ਬਹੁਤ। ਪ੍ਰੂਫ ਵੇਖਣਾ ਤੇ ਅਸੀਂ ਲਿੰਕ ਭੇਜਦਾ ਪ੍ਰੂਫ ਦੇ ਦਿੰਦੇ ਆ, ਇੰਨਾ ਹੀ ਹੋ ਸਕਦਾ ਸਾਡੇ ਕੋਲ। ਲਿੰਕ ਜਿਹੜੀ ਟਾਈਮ ਨੂੰ ਭੇਜਿਆ ਗਿਆ ਸੀ ਤੇ ਫੋਨ ਵੀ ਕੀਤਾ ਗਿਆ ਸੀਗਾ ਵੀ ਬਕਾਇਦਾ ਵੀ ਆ ਜਾਓ ਵੀ। ਚਲੋ ਜੇ ਫਿਰ ਵੀ ਆ ਜਾਣਗੇ ਫਿਰ ਵੀ ਵੈਲਕਮ। ਥੈਂਕ ਯੂ। ਹਾਂ, ਧੰਨਵਾਦ। ਹਾਂਜੀ ਅਕੀਦਾ ਸਾਹਿਬ, ਛੱਤੀਸਗੜ੍ਹ ਦੇ ਹਾਂਜੀ ਹਾਂਜੀ ਕੁਝ ਕਹਿ ਰਹੇ ਹੋ ਤੁਸੀਂ? ਛੱਤੀਸਗੜ੍ਹ ਦੀ ਗੱਲ ਬ੍ਰਿਜਮੋਹਨ ਅਗਰਵਾਲ ਇਹ ਕਹਿੰਦੇ ਆ ਜੀ ਤੁਸੀਂ ਜੇਕਰ ਤੁਹਾਨੂੰ ਲੱਗਦਾ ਮਹਿੰਗਾਈ ਬਹੁਤ ਹੋ ਚੁੱਕੀ ਹੈ ਤਾਂ ਫਿਰ ਤੁਸੀਂ ਰੋਟੀ ਖਾਣਾ ਕਿਵੇਂ ਛੱਡ ਦਿੰਦੇ? ਤੁਸੀਂ ਨਹੀਂ, ਕਾਂਗਰਸੀਆਂ ਨੂੰ ਕਹਿੰਦੇ ਆ, ਛੱਡ ਦਿਓ। ਕਾਂਗਰਸੀਆਂ ਨੂੰ ਕਹਿੰਦੇ ਵੀ ਕਾਂਗਰਸੀ ਰੋਟੀ ਪਾਣੀ ਖਾਣਾ ਛੱਡ ਦੇਣ, ਗੱਡੀਆਂ 'ਚ ਪੈਟਰੋਲ ਪਾਉਣਾ ਛੱਡ ਦੇਣ। ਕਿਆ ਬਾਤ। ਪਹਿਲਾਂ ਉਹ ਕਹਿੰਦੇ ਵੀ ਗੱਡੀਆਂ 'ਚ ਪੈਟਰੋਲ ਪਾਉਣਾ ਛੱਡ ਦਿਓ। ਕਿਉਂਕਿ ਜਿਹੜੇ ਭਾਜਪਾ ਦੇ ਵਿਰੋਧੀ ਹੈਗੇ, ਜਿਹੜੇ ਜਿਨ੍ਹਾਂ ਨੂੰ ਲੱਗਦਾ ਜਿਹੜੇ ਕਿ ਸਾਡੇ ਵਿਰੋਧੀ ਹੈਗੇ ਆ, ਕਾਂਗਰਸ ਦੇ ਪੱਖੀ ਹੈਗੇ ਆ, ਉਹੀ ਇਕੱਲੇ ਛੱਡ ਦਿਓ ਖਾਣਾ ਖਾਣਾ ਤੇ ਪੈਟਰੋਲ ਡੀਜ਼ਲ ਪਾਉਣਾ, ਮਹਿੰਗਾਈ ਘਟਦੀ ਹੈ ਆਪਣੇ ਆਪ ਹੀ। ਤੇ ਰਾਜ ਬੱਬਰ ਕਹਿੰਦੇ ਆ, ਕਹਿੰਦੇ ਇਹੋ ਜਿਹਾ ਕਰੂਰ ਜਿਹੜਾ ਭਾਜਪਾ ਦਾ ਚਿਹਰਾ ਮੈਂ ਜਿਸ ਤਰ੍ਹਾਂ ਦੇਖਿਆ, ਕਹਿੰਦਾ ਇਹੋ ਜਿਹਾ ਕਰੂਰ ਚਿਹਰਾ ਵੀ ਹੋ ਸਕਦਾ ਵੀ ਹਾਂ ਛੱਡ ਦਿਓ ਰੋਟੀ। ਰਾਜ ਬੱਬਰ ਨੇ ਆਪਣਾ ਟਵੀਟ ਕੀਤਾ ਹੈਗਾ ਉਹਦੇ ਉੱਪਰ, ਤੇ ਕਹਿੰਦਾ ਵੀ ਇਹ ਤਾਂ ਬੜਾ ਕਮਾਲ ਦੀ ਗੱਲ ਹੋ ਗਈ ਵੀ ਰੋਟੀ ਖਾਣੀ ਹੀ ਬੰਦ ਕਰਨ ਲੱਗੇ ਆ ਭਾਜਪਾ ਵਾਲੇ ਵੀ, ਰੋਟੀ ਖਾਣੀ ਛੱਡ ਦਿਓ। ਮਤਲਬ ਕਿ ਆਪਣੇ ਵਿਰੋਧੀਆਂ ਦੇ ਪ੍ਰਤੀ ਕਦੇ ਵੀ ਨਹੀਂ। ਸਾਡੇ ਨਾ ਸਮਾਜ ਵਿੱਚ ਚੱਲਦਾ ਸਾਹਿਬ ਇਹ ਹੁੰਦਾ ਵੀ ਸਾਡਾ ਗੁਆਂਢੀ ਵੱਸਦਾ ਰਵੇ। ਸਾਡੇ ਤਾਂ ਸਮਾਜ 'ਚ ਇਹ ਨਹੀਂ ਵੀ ਦੁਸ਼ਮਣ ਨੂੰ ਵੀ ਕੁਛ ਨਾ ਹੋਵੇ। ਸੱਤਾ ਇਹ ਵੀ ਕਹਿੰਦੇ ਆ ਵੀ ਪਤਾ ਨਹੀਂ ਕਿਹੋ ਜਿਹੇ ਭਾਜਪਾ ਵਾਲੇ ਬੰਦੇ ਜਿਹੜੇ ਕਿ ਆਪਣੇ ਵਿਰੋਧੀ ਨੂੰ ਹਮੇਸ਼ਾ ਹੀ ਮਾਰਨ ਦੀ ਗੱਲ ਕਰਦੇ, ਮਾਰ ਦਿਓ, ਝਾੜ ਦਿਓ, ਸਾੜ ਦਿਓ, ਇਹ ਕਰ ਦਿਓ, ਵਾਹ ਕਰ ਦਿਓ, ਮੁਸਲਮਾਨ ਹਿੰਦੂ ਮੁਸਲਮਾਨ ਕਰ ਕਰਕੇ ਪਤਾ ਨਹੀਂ ਕਿਉਂ ਕਿਹੜੇ ਪਸੰਦ ਜਾ ਰਹੇ ਆ। ਹੁਣ ਦੇਖੋ ਰੋਟੀ ਖਾਣੀ ਛੱਡ ਦਿਓ ਕਹਿੰਦੇ ਜੇ ਮਹਿੰਗਾਈ ਘੱਟ ਕਰਨੀ। ਜਿਸ ਲੇਖਕ ਨੇ ਵਾइंड अप करते हैं, जिस लेखक ने लिखा ਸੀ ना कि यहाँ शाख शाख पर सोने की चिड़िया करती है
बसेरा वो भारत देश है मेरा। क्लीयर कर दिए, ਭਾਰਤ ਪ੍ਰਤੀ ਸਾਡੇ ਦੇਸ਼ ਪ੍ਰਤੀ ਜਿੱਥੋਂ ਜੰਮੇ ਪਲੇ ਆ ਉਸ ਵਕਤੀ ਨਾ ਅਸੀਂ ਕਿਤੇ ਬੋਲੇ ਆ, ਨਾ ਬੋਲਣ ਦਿੱਤਾ ਤੇ ਨਾ ਬੋਲਣਾ। ਸਿਸਟਮ ਚਲਾਉਣ ਵਾਲੀ ਚਾਹੇ ਉਹ ਭਾਜਪਾ ਹੋਵੇ, ਵੋਟਾਂ ਲੈ ਕੇ ਜਿੱਤੀ ਭਾਜਪਾ ਹੋਵੇ, ਗੱਠਜੋੜ ਕਾਂਗਰਸ ਦਾ ਹੋਵੇ, ਪੰਜਾਬ 'ਚ ਅਕਾਲੀਆਂ ਦਾ ਹੋਵੇ, ਕਾਂਗਰਸ ਦਾ ਹੋਵੇ, ਜਾਂ ਕਿਸੇ ਵੀ ਸੂਬੇ ਵਿੱਚ ਭਾਰਤ ਕਿਸੇ ਵੀ ਦਾ ਵੀ ਹੋਵੇ, ਜਦੋਂ ਸਿਸਟਮ ਦੀ ਦੁਰਵਰਤੋਂ ਕਰਦੇ ਆ ਤੇ ਬੋਲਣਾ, ਮੈਂ ਕਹਿੰਦਾ ਅਸਲੀ ਭਾਰਤੀ ਦਾ ਫਰਜ਼ ਨਿਭਾ ਰਹੇ ਹੋਵਾਂਗੇ। ਉਹ ਅਸਲੀ ਦੇਸ਼ ਭਗਤੀ ਹੋਵੇਗੀ। ਉਹਦੇ ਲਈ ਜੇ ਸਾਨੂੰ ਕੋਈ ਸਖਤੇ 'ਚ ਵੀ ਆਉਣਾ ਪਵੇ ਤੇ ਆਉਂਦੇ ਨੇ ਪੱਤਰਕਾਰ, ਚਾਹੇ ਇੱਥੇ ਲਿਬਰਲ ਹੋਵੇ, ਕੰਜ਼ਰਵੇਟਿਵ ਹੋਵੇ, ਚਾਹੇ NDP ਹੋਵੇ। ਜਦੋਂ ਉਹ ਸਿਸਟਮ ਦੀ ਦੁਰਵਰਤੋਂ ਕਰਦੇ ਆ, ਸਾਡਾ ਫਰਜ਼ ਹੈ ਐਜ ਏ ਕੈਨੇਡੀਅਨ ਬੋਲਣਾ। ਤੇ ਭਾਰਤ ਦੇ ਪਲੇ ਆ, ਜੇਕਰ ਉੱਥੇ ਕੋਈ ਬੰਦਾ ਇਹੋ ਜਿਹੀ ਸਿਸਟਮ ਦੇ ਵਿੱਚ ਆ ਕੇ ਚਾਹੇ 5 ਸਾਲ ਲਈ ਵੋਟਾਂ ਜਿੱਤ ਕੇ ਆਇਆ ਤੇ ਉਹਨੇ ਦੇਸ਼ ਖਰੀਦ ਨਹੀਂ ਲਿਆ, ਉਹ ਮਾਲਕ ਨਹੀਂ ਬਣ ਗਿਆ, ਉਹ ਵਹਿਮ ਪਾਲ ਕੇ ਬੈਠੇ, ਉਹ ਗਲਤੀਆਂ ਤੇ ਗਲਤੀਆਂ ਕਰੀ ਚੱਲੇ ਤੇ ਕੋਈ ਬੋਲੇ ਨਾ, ਇਹ ਗਲਤੀਆਂ ਬਰਦਾਸ਼ਤ ਕਰਨਾ ਹੋਵੇਗਾ, ਫਿਰ ਉਹ ਗੁਨਾਹ ਹੋਵੇਗਾ। ਉਹ ਦੇਸ਼ ਦੇ ਨਾਲ ਕੋਈ ਇਨਸਾਫ, ਜੇ ਤੁਹਾਨੂੰ ਹਿੰਮਤ ਹੈ ਤੁਹਾਡੇ ਕੋਲ ਬੋਲਣ ਦੀ, ਉੱਤੋਂ ਜਦ ਤੁਹਾਡੇ ਕੋਲ ਕਲਮ ਹੈ ਜਾਂ ਕੋਈ ਮਾਈਕ ਹੈ, ਤੇ ਉਹਨਾਂ ਦੇ ਜਿਹੜੇ ਗੁਨਾਹ ਨੇ ਜ਼ਾਹਰ ਕਰਨਾ ਸਾਡਾ ਫਰਜ਼ ਹੈ। ਤੇ ਜਿਹੜੇ ਭਗਤ ਨੇ ਉਹਨਾਂ ਦੇ ਕੰਨਾਂ ਨੂੰ ਚੰਗੇ ਨਹੀਂ ਲੱਗਦੇ, ਉਹਨਾਂ ਦਾ ਮੈਂ ਕਹਿੰਦਾ ਉਹ ਵੀ ਫਰਜ਼ ਹੈ ਕਿ ਕਿਉਂ ਨਹੀਂ ਯਾਰ, ਤੁਸੀਂ ਕਿਉਂ ਇੱਦਾਂ, ਉਹ ਸੋਚਣ ਕਿ ਵਾਕਈ ਕਿਤੇ ਗਲਤ ਤਾਂ ਨਹੀਂ ਹੋ ਰਿਹਾ। ਭਗਤੀ ਚੋਂ ਬਾਹਰ ਨਿਕਲਣਾ ਚਾਹੀਦਾ। ਭਗਤ ਬਣੋ, ਅੰਨੇ ਨਾ ਬਣੋ। ਫਿਰ ਉਹਨੂੰ ਹੀ ਲਿਖਣਾ ਪਿਆ ਸੀਗਾ, यहाँ हर शाख पे उल्लू बैठा है, अंजामे गुलस्ता क्या होगा। ਉਹਨੇ ਲਿਖਿਆ ਹੈ ਨਾ। ਸੋ ਕਿਉਂ ਲਿਖਣਾ ਪਿਆ ਉਹਨੂੰ? ਇਹੋ ਜਿਹੇ ਲੋਕ ਉਹਨੂੰ ਸ਼ਾਇਦ ਦਿਖ ਗਏ ਸਨ ਬਈ ਇਹੋ ਜਿਹਾ ਅੱਗੇ ਆਉਣ ਵਾਲਾ ਸਮਾਂ ਵੀ ਖਾਣਾ ਪੀਣਾ ਛੱਡ ਦਿਓ ਜੇ ਮਹਿੰਗਾਈ ਲੱਗਦੀ ਆ। ਵਾਹ ਜੀ ਖਾਂਦੇ ਪੀਂਦੇ ਰਹੋ, ਚੜ੍ਹਦੀ ਕਲਾ 'ਚ ਰਹੋ। ਬਹੁਤ ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ। ਸ਼ੁਕਰੀਆ ਚਾਵਲਾ ਸਾਹਿਬ, ਧੰਨਵਾਦ ਤੁਹਾਡਾ। ਥੈਂਕ ਯੂ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।